So hello friends, welcome back to my YouTube channel and today we will do another essay. Today is very interesting essay. So let's see what is the essay. Some people think that climate change could have negative effects on business. ਸੋ ਜਿਹੜਾ ਮੇਨ ਐਸੇ ਪਹਿਲਾਂ ਹੀ ਪਤਾ ਲੱਗ ਗਿਆ ਕਿ ਐਸੇ ਆਪਣੇ ਕੋਲੇ ਕਾਹਦੇ ਉੱਤੇ ਆ ਕਲਾਈਮੇਟ ਚੇਂਜ ਦੇ ਉੱਤੇ ਕਲਾਈਮੇਟ ਚੇਂਜ ਕੁਡ ਹੈਵ ਨੈਗੇਟਿਵ ਇਫੈਕਟਸ ਔਨ ਬਿਜ਼ਨਸ ਕੁਝ ਕੁ ਲੋਕ ਤਾਂ ਕਹਿੰਦੇ ਕਲਾਈਮੇਟ ਚੇਂਜ ਦੇ ਬਿਜ਼ਨਸ ਉੱਤੇ ਕਿਹੜੇ ਇਫੈਕਟ ਹੋ ਸਕਦੇ ਆ ਨੈਗੇਟਿਵ ਇਫੈਕਟ ਹੋ ਸਕਦੇ ਆ ਮਤਲਬ ਬਿਜ਼ਨਸਿਸ ਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਬਾਕੀ ਕੀ ਕਹਿੰਦੇ ਅਦਰ ਥਿੰਕ ਦੈਟ ਕਲਾਈਮੇਟ ਚੇਂਜ ਕੁਡ ਕ੍ਰੀਏਟ ਮੋਰ ਬਿਜ਼ਨਸ ਅਪੋਰਚੁਨਿਟੀਜ਼ ਬਾਕੀ ਲੋਕ ਕੀ ਕਹਿੰਦੇ ਕਿ ਕਲਾਈਮੇਟ ਚੇਂਜ ਦੇ ਨਾਲ ਬਿਜ਼ਨਸ ਨੂੰ ਕੀ ਮਿਲ ਸਕਦੀਆਂ ਜ਼ਿਆਦਾ ਅਪੋਰਚੁਨਿਟੀਜ਼ ਟਾਈਪ ਕਿਹੜੀ ਆ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ ਸੋ ਮੇਨ ਗੱਲ ਆਪਣੇ ਕੋਲੇ ਕਾਦੇ ਉੱਤੇ ਖੜੀ ਆ ਕਲਾਈਮੇਟ ਚੇਂਜ ਦੇ ਉੱਤੇ ਸੋ ਸਟੂਡੈਂਟਸ ਟੇਕ ਸਮ ਟਾਈਮ ਐਂਡ ਟੈਲ ਮੀ what is the meaning of climate change ਬਿਕੋਜ਼ ਪੂਰੇ ਦਾ ਪੂਰਾ ਐਸੇ ਆਪਣਾ ਟਾਸਕ ਅਚੀਵਮੈਂਟ ਇੱਕ ਚੀਜ਼ ਉੱਤੇ ਖੜੀ ਆ ਉਹ ਕਿਹੜੀ ਹੈਗੀ ਆ ਕਲਾਈਮੇਟ ਚੇਂਜ ਜੇ ਤੁਸੀਂ ਇਹਨੂੰ ਗਲਤ ਤਰੀਕੇ ਨਾਲ ਲਿਖ ਗਏ ਦੈਨ ਆਪਣਾ ਫਿਰ ਕੁਝ ਨਹੀਂ ਹੋ ਸਕਦਾ ਸੋ ਆਈ ਐਮ ਗਿਵਿੰਗ ਯੂ ਸਮ ਟਾਈਮ ਟੂ ਥਿੰਕ what is the meaning of climate change pause this video and think ਕਿ ਤੁਸੀਂ ਕਲਾਈਮੇਟ ਚੇਂਜ ਦਾ ਮਾੜਾ ਇਫੈਕਟ ਲਿਖਣਾ ਕਿਹਦੇ ਉੱਤੇ ਲਿਖਣਾ ਬਿਜ਼ਨੈਸਿਸ ਦੇ ਉੱਤੇ ਬਾਕੀ ਕੀ ਕਹਿੰਦੇ ਕਲਾਈਮੇਟ ਚੇਂਜ ਦਾ ਇਫੈਕਟ ਵਧੀਆ ਬਿਜ਼ਨਸ ਅਪੋਰਚੁਨਿਟੀਜ਼ ਮਿਲ ਸਕਦੀਆਂ ਕਈ ਬਿਜ਼ਨੈਸਿਸ ਨੂੰ ਵਧੀਆ ਅਪੋਰਚੁਨਿਟੀਜ਼ ਮਿਲ ਸਕਦੀਆਂ ਸੋ ਐਵਰੀਥਿੰਗ ਇਜ਼ ਰਿਵੋਲਵਿੰਗ ਅਰਾਊਂਡ ਕਲਾਈਮੇਟ ਚੇਂਜ ਸੋ what is the meaning of climate change some people say most of students will say ਕਿ ਕਲਾਈਮੇਟ ਚੇਂਜ ਹੁੰਦਾ ਜੀ ਮੌਸਮ ਦਾ ਬਦਲ ਜਾਣਾ ਕਲਾਈਮੇਟ ਇਕੁਅਲ ਟੂ ਕਾਈਂਡ ਆਫ ਮੌਸਮ ਦਾ ਬਦਲ ਜਾਣਾ ਜਸਟ ਲਾਈਕ ਆਈ ਵਾਸ ਡਿਸਕਸਿੰਗ ਵਿਦ ਮਾਈ ਸਟੂਡੈਂਟਸ ਟੂਡੇ ਤਾਂ ਮੈਨੂੰ ਬਹੁਤ ਸਾਰੇ ਸਟੂਡੈਂਟਸ ਨੇ ਮੈਨੂੰ ਇਹ ਕਿਹਾ ਕਿ ਜੀ ਇਹਦਾ ਤਾਂ ਮਤਲਬ ਹੁੰਦਾ ਜਿਵੇਂ ਕਲਾਈਮੇਟ ਦੇ ਵਿੱਚ ਕੋਈ ਬਦਲਾਅ ਆ ਗਿਆ ਜਿਵੇਂ ਬਾਹਲੀ ਗਰਮੀ ਆ ਗਈ ਬਾਹਲੀ ਸਰਦੀ ਆ ਗਈ ਸਨੋ ਪੈਣ ਲੱਗ ਗਈ ਫਲੱਡ ਆ ਗਏ ਠੀਕ ਹੈ ਇਦਾਂ ਦੀਆਂ ਮਤਲਬ ਇਹੋ ਜਿਹੇ ਫਿਨੋਮਨੇ ਨੂੰ ਸਟੂਡੈਂਟਸ ਨੇ ਜ਼ਿਆਦਾਤਰ ਸਟੂਡੈਂਟਸ ਨੇ ਕੀ ਆਖਿਆ ਕਲਾਈਮੇਟ ਚੇਂਜ ਆਖਿਆ ਮਤਲਬ ਉਹਨਾਂ ਨੇ ਆਪਦਾ ਪੂਰੇ ਦਾ ਪੂਰਾ ਐਸੇ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਕਿ ਇਹ ਵਾਲੇ ਕਲਾਈਮੇਟ ਚੇਂਜ ਨੂੰ ਲੈ ਕੇ ਮੌਸਮ ਦੇ ਵਿੱਚ ਤਬਦੀਲੀ ਆ ਜਾਣੀ ਸੋ देयर ਆਰ ਟੂ ਥਿੰਗਸ ਫਸਟ ਆਫ ਆਲ ਬਿਫੋਰ ਸਟਾਰਟਿੰਗ ਦਿਸ ਐਸੇ देयर ਆਰ ਟੂ ਥਿੰਗਸ ਇੱਕ ਤਾਂ ਆਪਣੇ ਕੋਲੇ ਕੀ ਹੁੰਦਾ ਕਲਾਈਮੇਟ ਚੇਂਜ ਹੁੰਦਾ ਇੱਕ ਆਪਣੇ ਕੋਲੇ ਕੀ ਹੁੰਦਾ ਵੈਦਰ ਹੁੰਦਾ ਵੈਦਰ ਦਾ ਮਤਲਬ ਜੇ ਤੁਸੀਂ ਸਰਚ ਵੀ ਕਰੋਗੇ ਜਿਹੜਾ ਮਤਲਬ ਵੈਦਰ ਚੇਂਜ ਹੁੰਦਾ ਉਹ ਹੁੰਦਾ ਸ਼ਾਰਟ ਟਰਮ ਜਿਵੇਂ ਮੰਨ ਲਓ ਅੱਜ ਆਪਣੇ ਕੋਲੇ ਬਾਹਲੀ ਗਰਮੀ ਆ ਕੱਲ ਨੂੰ ਮੀਂਹ ਪੈ ਗਿਆ ਇੱਕਦਮ ਹੀ ਬਾਹਲੀ ਠੰਡ ਆ ਗਈ ਕੋਟ ਕੱਢਣੇ ਪੈ ਗਏ ਤਾਂ ਉਹ ਵਾਲਾ ਚੇਂਜ ਕਿਹੜਾ ਆ ਜਾਂਦਾ ਵੈਦਰ ਚੇਂਜ ਉਹਦੇ ਤੇ ਨਹੀਂ ਆਪਾਂ ਐਸੇ ਲਿਖਣਾ ਕਿ ਜੀ ਬਰਫ਼ ਪੈ ਗਈ ਤਾਂ ਉਹਦੇ ਨਾਲ ਬਿਜ਼ਨਸ ਨੂੰ ਕਿਹੜਾ ਨੁਕਸਾਨ ਹੋ ਗਿਆ ਮਤਲਬ ਜ਼ਿਆਦਾ ਮੀਂਹ ਪੈ ਗਿਆ ਉਹਦੇ ਨਾਲ ਬਿਜ਼ਨਸ ਨੂੰ ਕਿਹੜਾ ਨੁਕਸਾਨ ਹੋ ਗਿਆ ਦੈਟ ਇਜ਼ ਨਾਟ ਕਲਾਈਮੇਟ ਚੇਂਜ ਕਲਾਈਮੇਟ ਚੇਂਜ ਬੇਸਿਕਲੀ ਮੀਨਸ ਸੋ ਆਪਾਂ ਮੇਨ ਗੱਲ ਤੇ ਆਈਏ ਆਪਣੇ ਕੋਲੇ ਕਲਾਈਮੇਟ ਚੇਂਜ ਤੇ ਆਈਏ ਕਲਾਈਮੇਟ ਚੇਂਜ ਬੇਸਿਕਲੀ ਮੀਨਸ ਕਿ ਲੌਂਗ ਟਰਮ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਲੌਂਗ ਟਰਮ ਦੇ ਵਿੱਚ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਵਾਟ ਇਜ਼ ਦੀ ਮੀਨਿੰਗ ਆਫ ਦਿਸ ਤੁਹਾਨੂੰ ਚੰਗੀ ਤਰੀਕੇ ਨਾਲ ਪਤਾ ਉਹਦਾ ਮਤਲਬ ਆਪਣੇ ਕੋਲੇ ਕੀ ਹੈਗਾਗਾ ਗਲੋਬਲ ਵਾਰਮਿੰਗ ਸੋ ਬਿਫੋਰ ਸਟਾਰਟਿੰਗ ਦਿਸ ਐਸੇ ਕਿੱਧਰ ਨੂੰ ਆਪਾਂ ਐਸੇ ਲਿਖਣਾ ਪੈਰਾਫਰੇਜ਼ ਕਿੱਦਾਂ ਲਿਖਣੀ ਆ ਫਸਟ ਆਫ ਆਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਸੇ ਆਪਾਂ ਲਿਖਣਾ ਕਿਹਦੇ ਤੇ ਆ ਸੋ ਕਲਾਈਮੇਟ ਚੇਂਜ ਆਪਣੇ ਕੋਲੇ ਕਾਦੇ ਉੱਤੇ ਆ ਗਿਆ ਗਲੋਬਲ ਵਾਰਮਿੰਗ ਤੇ ਜੇ ਮਤਲਬ ਜਿਹੜਾ ਵੱਡੇ ਪੱਧਰ ਤੇ ਆਪਣਾ ਜਿਹੜਾ ਕਲਾਈਮੇਟ ਆ ਉਹ ਦਿਨੋਂ ਦਿਨ ਕੀ ਹੋ ਰਿਹਾ ਚੇਂਜ ਹੋ ਰਿਹਾ ਗਲੋਬਲ ਵਾਰਮਿੰਗ ਆ ਰਹੀ ਆ ਉਹਦੇ ਨੈਗੇਟਿਵ ਇਫੈਕਟ ਪੈ ਰਿਹਾ ਬਿਜ਼ਨਸ ਦੇ ਉੱਤੇ ਕੁਝ ਕੁ ਲੋਕ ਕਹਿੰਦੇ ਕਿ ਨਹੀਂ ਯਾਰ ਇਹਦੇ ਨਾਲ ਤਾਂ ਬਹੁਤ ਸਾਰੀਆਂ ਬਿਜ਼ਨਸ ਅਪੋਰਚੁਨਿਟੀਜ਼ ਆਪਾਂ ਨੂੰ ਜਨਰੇਟ ਹੋ ਰਹੀਆਂ ਸੋ ਆਪਾਂ ਕੀ ਡਿਸਕਸ ਕਰਨਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ ਸੋ what type of essay is this our essay is balance approach ਦੋਨਾਂ ਦੇ ਵਿਊਜ਼ ਵੀ ਦੇਣੇ ਆ ਤੇ ਆਪ ਦਾ ਵਿਊ ਵੀ ਦੇਣਾ ਠੀਕ ਹੈ ਵੀ ਨਾਓ ਲੈਟਸ ਡਿਜ਼ਾਈਨ ਕੇ ਅੱਗੇ we have to paraphrase this statement ਸੋ ਪੈਰਾਫਰੇਜ਼ ਕਰਨ ਵੇਲੇ ਆਪਾਂ ਧਿਆਨ ਰੱਖਣਾ ਕਿ ਜਿਹੜੀਆਂ ਮੇਨ ਆਪਣੇ ਕੋਲੇ ਵਰਬ ਨੇ ਨਾਉਨ ਨੇ ਉਹਨਾਂ ਨੂੰ ਆਪਾਂ ਕੀ ਕਰਨਾ ਚੇਂਜ ਕਰਨਾ ਸੋ ਇੱਥੇ ਇਹਨਾਂ ਨੇ ਕੀ ਲਿਖਿਆ ਸੀ ਸਮ ਪੀਪਲ ਥਿੰਕ ਦੈਟ ਪਲੀਜ਼ ਡੂ ਨਾਟ ਰਾਈਟ ਸਮ ਪੀਪਲ ਥਿੰਕ ਸਮ ਪੀਪਲ ਬਲੀਵ ਉਸ ਚੱਜ ਦੇ ਵਧੀਆ ਵਰਡ ਲਿਖਣੇ ਆ ਠੀਕ ਉਹਦੀ ਥਾਂ ਤੇ ਆਪਾਂ ਕੀ ਲਿਖ ਸਕਦੇ ਆ ਸਮ ਪੀਪਲ ਦੀ ਥਾਂ ਤੇ ਆਪਾਂ ਕੀ ਲਿਖਿਆ ਅ ਸਰਟਨ ਸੈਕਸ਼ਨ ਆਫ ਸੋਸਾਇਟੀ ਥਿੰਕ ਦੈਟ ਥਿੰਕ ਦੀ ਜਗ੍ਹਾ ਤੇ ਆਪਾਂ ਹਮੇਸ਼ਾ ਕੀ ਲਾਉਣਾ ਐਡਵੋਕੇਟ a certain section ਇੱਕ section ਆ singular ਆ so advocates ਆ ਗਿਆ advocates that constant alteration in global temperature alteration ਦਾ ਮਤਲਬ ਕੀ ਹੁੰਦਾ ਚੇਂਜ ਹੋਣਾ ਕਲਾਈਮੇਟ ਚੇਂਜ ਹੋ ਰਿਹਾ ਤਾਂ ਆਪਾਂ ਉਹਦੀ ਥਾਂ ਤੇ ਆਪਾਂ ਕੀ ਲਿਖਤਾ
ਕੌਨਸਟੈਂਟ ਆਲਟਰੇਸ਼ਨ ਇਨ ਗਲੋਬਲ ਟੈਂਪਰੇਚਰ ਦੇ ਵਿੱਚ ਬਾਅਦ ਘਾਟ ਹੋ ਰਹੀ ਆ, ਗਲੋਬਲ ਵਾਰਮਿੰਗ ਵਾਲਾ ਹਿਸਾਬ ਕਿਤਾਬ ਹੋ ਰਿਹਾ। could result in numerous repercussions। ਕਲਾਈਮੇਟ ਚੇਂਜ ਦੀ ਜਗ੍ਹਾ ਤੇ ਆਪਾਂ ਕਿਹੜਾ ਵਰਡ ਲਿਖਿਆ, ਆਲਟਰੇਸ਼ਨ ਇਨ ਗਲੋਬਲ ਟੈਂਪਰੇਚਰ। could have negative effects, ਮਾੜੇ ਪ੍ਰਭਾਵ। alteration in global temperature could result in numerous repercussions ਦਾ ਮਤਲਬ ਕੀ ਹੁੰਦਾ, ਪ੍ਰਭਾਵ ਪੈਣੇ, ਮਾੜੇ ਪ੍ਰਭਾਵ ਪੈਣੇ, ਪ੍ਰੋਬਲਮ ਆਉਣੀਆਂ। could result in numerous ਦਾ ਮਤਲਬ ਕੀ ਆ, ਜ਼ਿਆਦਾ। ਤਾਂ numerous ਤੋਂ ਅਗਲਾ ਵਰਡ ਹਮੇਸ਼ਾ ਕੀ ਆਏਗਾ, ਪਲੂਰਲ ਆਏਗਾ। numerous repercussions, ਕਿਹਦੇ ਤੇ repercussions, on ਕਿਹਦੇ ਤੇ ਸੀਗਾ ਬਈ, ਬਿਜ਼ਨਸ। ਸੋ on the industrial world and other micro businesses। ਸੋ repercussions ਹੋ ਸਕਦੇ ਨੇ, ਕਿਹਦੇ ਤੇ ਹੋ ਸਕਦੇ ਨੇ, businesses ਤੇ। ਬਿਜ਼ਨਸ ਦੀ ਜਗ੍ਹਾ ਤੇ ਆਪਾਂ ਕੀ ਲਿਖਿਆ, on the industrial world and the micro businesses। whereas others have perception। ਸੋ ਆਪਾਂ ਇਧਰਲੇ ਪਾਸੇ ਕੀ ਲਿਖਿਆ ਸੀ, others think that। think ਦੀ ਜਗ੍ਹਾ ਤੇ ਫਿਰ ਨਹੀਂ ਆਪਾਂ ਮਤਲਬ ਲਾਉਣਾ believe that ਵਾਲਾ। whereas others have perception that। ਕੀ perception ਆ, it can generate more employment and financial prospects। ਇਧਰਲੇ ਪਾਸੇ ਕੀ ਲਿਖਿਆ ਸੀ, climate change could create more business opportunities। ਇਹਦੇ ਕਰਕੇ ਆਪਾਂ ਨੂੰ ਕੀ ਹੋ ਸਕਦੀਆਂ, ਜ਼ਿਆਦਾ ਬਿਜ਼ਨਸ ਅਪੋਰਚੁਨਿਟੀਜ਼ ਮਿਲ ਸਕਦੀਆਂ। ਸੋ ਆਪਾਂ ਕੀ ਆਖਿਆ, ਇਟ ਕੈਨ ਜਨਰੇਟ ਮੋਰ ਇੰਪਲੋਇਮੈਂਟ ਐਂਡ ਫਾਈਨੈਂਸ਼ੀਅਲ ਪ੍ਰੋਸਪੈਕਟਸ। ਪ੍ਰੋਸਪੈਕਟ ਦਾ ਮਤਲਬ ਕੀ ਹੁੰਦਾ, ਅਪੋਰਚੁਨਿਟੀਜ਼, ਪੈਸਾ ਬਣਾਉਣ ਦੀਆਂ ਅਪੋਰਚੁਨਿਟੀਜ਼, ਇੰਪਲੋਇਮੈਂਟ ਦੀਆਂ ਅਪੋਰਚੁਨਿਟੀਜ਼, ਮਤਲਬ ਬਿਜ਼ਨਸ ਦੀਆਂ ਜ਼ਿਆਦਾ ਅਪੋਰਚੁਨਿਟੀਜ਼ ਮਿਲ ਸਕਦੀਆਂ। So this is our paraphrase। So kindly remember that we have to change major nouns and verbs, ਪਰ ਆਪਣਾ meaning ਕੀ ਰਹੇਗਾ, same ਰਹੇਗਾ। ਹੁਣ ਆਪਾਂ ਅੱਗੇ ਦੀ ਕੀ ਲਿਖਣੀ ਆ, outline and thesis। ਸੋ outline and thesis ਕਿਹੜਾ ਐਸੇ ਆ ਇਹ, discuss both views। ਸੋ ਇਹਦੀ ਆਪਾਂ outline and thesis ਕਿੱਦਾਂ ਲਿਖਣੀ ਆ, now you will see, ਉਵੇਂ ਹੀ ਲਿਖਣੀ ਆ ਹਮੇਸ਼ਾ ਆਪਾਂ, ਠੀਕ ਹੈ। ਆਪਾਂ ਆਪਦਾ ਵਿਊ ਵੀ ਦੇਣਾ ਇਹਦੇ ਵਿੱਚ। ਉਹ ਵੀ ਆਪਾਂ ਪੈਰਾਫਰੇਜ਼ ਕਰ ਲਈ। ਇਹ ਪੂਰੇ ਦਾ ਪੂਰਾ ਆਰਗੂਮੈਂਟ ਆ। ਆਰਗੂਮੈਂਟ ਦਾ ਮਤਲਬ ਕੀ ਹੁੰਦਾ, ਅੱਧੇ ਇਧਰਲੇ ਪਾਸੇ ਨੇ, ਅੱਧੇ ਇਧਰਲੇ ਪਾਸੇ। ਅੱਧਿਆਂ ਨੇ ਕਿਹਾ ਜੀ ਇਹਦੇ ਕਰਕੇ ਰੈਪਰਕਸ਼ਨਸ ਹੋ ਸਕਦੀਆਂ, ਅੱਧੇ ਕਹਿੰਦੇ ਇਹਦੇ ਕਰਕੇ ਜ਼ਿਆਦਾ ਜੌਬ ਅਪੋਰਚੁਨਿਟੀਜ਼ ਹੋ ਸਕਦੀਆਂ। ਸੋ ਆਪਣਾ ਐਸੇ ਕੀ ਡਿਸਕਸ ਕਰੇਗਾ, ਦੋਨੋਂ ਦੇ ਦੋਨੋਂ ਵਿਊਜ਼ ਨੂੰ ਕੀ ਕਰੇਗਾ, ਡਿਸਕਸ ਕਰੇਗਾ। ਸੋ ਵਟ ਇਜ਼ ਦੀ ਆਊਟਲਾਈਨ ਐਂਡ ਥੀਸਿਸ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਦਿਸ ਐਸੇ elucidates ਦਾ ਮਤਲਬ ਕੀ ਹੁੰਦਾ, ਐਕਸਪਲੇਨ ਕਰੇਗਾ, ਚਾਨਣਾ ਪਾਵੇਗਾ। this essay singular ਸੀ, elucidates both sides of the argument। argument ਇੱਕੋ ਹੀ ਹੈ ਤਾਂ the argument ਲਾਉਣਾ। argument ਨੂੰ ਕਾਸ ਨੂੰ ਐਕਸਪਲੇਨ ਕਰੇਗਾ, both sides। and explains ਕੌਣ ਕਰ ਰਿਹਾ, essay singular, so that's why ਕੀ ਆਇਆ, explains why I strongly support the former opinion or later opinion। former ਦਾ ਮਤਲਬ ਪਹਿਲਾਂ ਵਾਲਾ, later ਦਾ ਮਤਲਬ ਕੀ ਆ, ਬਾਅਦ ਵਾਲਾ। ਅੱਧਿਆਂ ਨੇ ਐਂ ਕਿਹਾ ਸੀ, ਅੱਧਿਆਂ ਨੇ ਐਂ ਕਿਹਾ ਸੀ, ਆਪਾਂ ਕਿਹੜੇ ਵਾਲੇ ਪਾਸੇ ਆ, later ਵਾਲੇ ਪਾਸੇ। so what we have written, this essay elucidates both sides of the argument and explains why I strongly support the later opinion। so before proceeding further, first of all in BP1 we have to write ਕਿ ਗਲੋਬਲ ਵਾਰਮਿੰਗ ਦੇ ਜਾਂ ਕਲਾਈਮੇਟ ਚੇਂਜ ਦੇ ਬਿਜ਼ਨਸਿਸ ਦੇ ਉੱਤੇ ਕੀ ਪੈ ਰਹੇ ਆ, ਨੈਗੇਟਿਵ ਇਫੈਕਟ ਪੈ ਰਿਹਾ। ਹੁਣ ਆਪਾਂ ਦੱਸਣਾ ਵੀ ਕਿੱਦਾਂ ਦੇ ਨੈਗੇਟਿਵ ਇਫੈਕਟ ਪੈ ਰਿਹਾ ਬਿਜ਼ਨਸਿਸ, ਕਿੱਦਾਂ ਗਲੋਬਲ ਵਾਰਮਿੰਗ ਕਰਕੇ ਉਹਨਾਂ ਨੂੰ ਘਾਟਾ ਜਰਨਾ ਪੈ ਰਿਹਾ। ਸੋ ਲੈਟਸ ਰਾਈਟ ਦਿਸ ਇਨ ਫਸਟ BP। ਫਸਟ ਆਫ ਆਲ ਯੂ ਹੈਵ ਟੂ ਰਾਈਟ ਓਪਨਿੰਗ ਸੈਂਟੈਂਸ ਆਫ BP1। ਸੋ BP1 ਦਾ ਆਪਾਂ ਓਪਨਿੰਗ ਸੈਂਟੈਂਸ ਲਿਖਦੇ ਹਾਂ, ਫਿਰ ਉਹਦੇ ਵਿੱਚ ਆਪਾਂ ਲਿਖਾਂਗੇ ਕਿਹੜੇ ਕਿਹੜੇ ਨੈਗੇਟਿਵ ਇਫੈਕਟ ਪੈ ਰਿਹਾ, ਕਿੱਦਾਂ ਨੈਗੇਟਿਵ ਇਫੈਕਟ ਬਿਜ਼ਨਸਿਸ ਨੂੰ ਘਾਟਾ ਝੱਲਣਾ ਪੈ ਰਿਹਾ। ਚਲੋ ਲੈਟਸ ਸੀ। ਸੋ ਫਸਟ ਆਫ ਆਲ ਆਪਾਂ ਕੀ ਲਿਖਣਾ, ਓਪਨਿੰਗ ਸੈਂਟੈਂਸ। ਦਿਸ ਇਜ਼ ਵੈਰੀ ਵੈਰੀ helpful and this is very very important because this will help you to maintain the coherence of your essay। coherence ਦਾ ਮਤਲਬ ਕੀ ਹੈ, ਐਸੇ ਨੂੰ ਇੱਕ ਦੂਜੇ ਨਾਲ ਜੋੜਨਾ। ਜਿਵੇਂ ਆਪਾਂ ਦੇਖਿਆ ਕਿ ਆਊਟਲਾਈਨ ਤੇ ਥੀਸਿਸ ਆਰ ਆਲਸੋ ਪਾਰਟ ਆਫ ਯੂਰ ਕੋਹੀਰੈਂਸ, ਸੇਮ ਓਪਨਿੰਗ ਸੈਂਟੈਂਸ ਵੀ ਆਪਣੇ ਕੋਲੇ ਕੋਹੀਰੈਂਸ ਦਾ ਪਾਰਟ ਹੀ ਹੈ। ਇਹ ਆਪਾਂ ਹਮੇਸ਼ਾ ਕਿੱਥੋਂ, ਇਹਦੇ ਵਿੱਚ ਆਪਾਂ ਕਿਉਂਕਿ ਆਪਾਂ ਦੋਨੋਂ ਪਾਸੇ ਲਿਖ ਰਹੇ ਹਾਂ, ਸੋ ਆਪਾਂ ਕਿੱਥੋਂ ਸਟਾਰਟ ਕੀਤਾ, ਔਨ ਦਾ ਵਨ ਹੈਂਡ, ਇੱਕ ਪਾਸੇ ਕੀ ਲਿਖ ਰਹੇ ਹਾਂ ਵੀ ਆਪਾਂ, ਕਲਾਈਮੇਟ ਚੇਂਜ ਦੇ ਕੀ ਲਿਖਣੇ ਆ, ਨੈਗੇਟਿਵ ਇਫੈਕਟ ਲਿਖਣੇ ਆ ਬਿਜ਼ਨਸ ਦੇ ਉੱਤੇ।
ਸੋ देयर ਕੁਡ ਬੀ ਮਾਈਰਿਡ ਇੰਪਲੀਕੇਸ਼ਨਸ ਹੋ ਸਕਦੇ ਨੇ। देयर ਕੁਡ ਬੀ ਮਾਈਰਿਡ ਇੰਪਲੀਕੇਸ਼ਨਸ, ਮਾਈਰਿਡ ਦਾ ਮਤਲਬ ਕੀ ਹੁੰਦਾ? ਬਹੁਤ ਸਾਰੇ। ਇਫੈਕਟ ਦੀ ਥਾਂ ਤੇ ਆਪਾਂ ਇੱਥੇ ਵਰਡ ਕਿਹੜਾ ਲਿਖ ਲਿਆ? ਇੰਪਲੀਕੇਸ਼ਨਸ। ਪਿੱਛੇ ਵਰਡ ਕਿਹੜਾ ਲਿਖਿਆ ਸੀ? ਰੈਪਰਕਸ਼ਨਸ। ਸੋ देयर ਕੁਡ ਬੀ ਮਾਈਰਿਡ ਇੰਪਲੀਕੇਸ਼ਨਸ of rapid climate change on the business world। ਸੋ ਰੈਪਿਡ ਕਲਾਈਮੇਟ ਚੇਂਜ ਦੇ ਮਾਈਰਿਡ ਇੰਪਲੀਕੇਸ਼ਨਸ ਹੋ ਸਕਦੇ ਆ, ਕਾਹਦੇ ਦੇ ਉੱਤੇ ਹੋ ਸਕਦੇ ਆ? ਬਿਜ਼ਨਸ ਵਰਲਡ ਦੇ ਉੱਤੇ। ਸੋ ਕਿਹੜੇ ਕਿਹੜੇ ਨੈਗੇਟਿਵ ਇਫੈਕਟ ਆ ਜਿਹੜੇ ਹੋ ਸਕਦੇ ਆ? ਸੋ ਫਸਟ ਆਫ ਆਲ ਤੁਸੀਂ ਇਹ ਗੱਲ ਦੇਖੋ ਕਿ ਗਲੋਬਲ ਵਾਰਮਿੰਗ ਕਾਹਦੇ ਨਾਲ ਹੋ ਰਹੀ ਹੈ? ਗਲੋਬਲ ਵਾਰਮਿੰਗ ਹੋ ਰਹੀ ਹੈ ਫੋਸਲ ਫਿਊਲਸ ਦੇ ਨਾਲ। ਜੇ ਆਪਾਂ ਗਲੋਬਲ ਵਾਰਮਿੰਗ ਤੇ ਐਸੇ ਵੀ ਲਿਖੀਏ ਤਾਂ ਫਸਟ ਆਫ ਆਲ ਆਪਾਂ ਕੀ ਲਿਖਦੇ ਹਾਂ ਜੀ? ਫੋਸਲ ਫਿਊਲ ਵੱਡੇ ਕੰਟਰੀਬਿਊਟਰ ਆ। ਸੋ ਅੱਜ ਕੱਲ ਕੀ ਹੋ ਰਿਹਾ? ਜਿਹੜੀਆਂ ਕੰਪਨੀਆਂ ਫੋਸਲ ਫਿਊਲ ਦੇ ਕਾਰੋਬਾਰ 'ਚ ਲੱਗੀਆਂ ਹੋਈਆਂ, ਫੋਰ ਐਗਜ਼ਾਮਪਲ ਸਾਊਦੀ ਅਰੇਬੀਆ ਜਿਵੇਂ ਕੰਟਰੀ ਆ, ਉਹ ਫੋਸਲ ਫਿਊਲਸ ਕੱਢਦਾ, ਉਹਨੂੰ ਵੀ ਇਹ ਹੋਇਆ ਪਿਆ ਕਿ ਮੈਂ ਆਪਦਾ ਹੀ ਕਾਰੋਬਾਰ ਕੋਈ ਹੋਰ ਕਰਨ ਲੱਗ ਜਾ। ਬਿਕੋਜ਼ ਅੱਜ ਕੱਲ ਪ੍ਰੈਸ਼ਰ ਇੰਨਾ ਜ਼ਿਆਦਾ ਫੋਸਲ ਫਿਊਲ ਕੰਪਨੀਜ਼ ਦੇ ਉੱਤੇ ਕਿ ਆਪਦੀ ਤੁਸੀਂ ਪ੍ਰੋਡਕਸ਼ਨ ਕੀ ਕਰੋ? ਘਟਾਓ। ਪ੍ਰੋਡਕਸ਼ਨ ਘਟਾਉਣਗੇ ਤਾਂ ਪ੍ਰੋਫਿਟ ਵੀ ਘਟੂਗਾ, ਠੀਕ ਹੈ। ਉਹਨਾਂ ਦਾ ਜਿਹੜਾ ਸਟਾਕ ਪ੍ਰਾਈਸ ਉਹ ਵੀ ਥੱਲੇ ਜਾਊਗਾ, ਪ੍ਰੋਫਿਟ ਘਟੂ, ਸੇਲ ਘਟੂ, ਤੇ ਕੰਪਨੀਆਂ ਕਿੱਧਰ ਨੂੰ ਜਾਣਗੀਆਂ? ਘਾਟੇ ਵਾਲੇ ਪਾਸੇ ਜਾਣਗੀਆਂ। ਸੋ ਕਲਾਈਮੇਟ ਚੇਂਜ ਕਰਕੇ ਜਿਹੜੀਆਂ ਵੀ ਕੰਪਨੀਆਂ ਫੋਸਲ ਫਿਊਲਸ ਵਾਲੇ ਫੀਲਡ ਦੇ ਵਿੱਚ ਹੈਗੀਆਂ, ਉਹਨਾਂ ਨੂੰ ਕੀ ਹੋ ਰਿਹਾ? ਬਹੁਤ ਵੱਡਾ ਘਾਟਾ ਹੋ ਰਿਹਾ, ਉਹਨਾਂ ਨੂੰ ਵਰਕਰ ਵੀ ਕੱਢਣੇ ਪੈ ਰਹੇ ਨੇ। ਸੋ ਫਸਟ ਆਫ ਆਲ ਨੈਗੇਟਿਵ ਇਫੈਕਟ ਆਪਾਂ ਇਹ ਵਾਲਾ ਲਿਖਾਂਗੇ ਬਿਜ਼ਨਸ ਦੇ ਉੱਤੇ, ਠੀਕ ਹੈ। ਸੋ ਫਸਟ ਐਂਡ ਫਾਰਮੋਸਟ ਕੰਪਨੀਜ਼ ਦੈਟ ਐਕਸਟ੍ਰੈਕਟ ਫੋਸਲ ਫਿਊਲਸ। ਐਕਸਟ੍ਰੈਕਟ ਕਰਨ ਦਾ ਮਤਲਬ ਕੀ ਹੁੰਦਾ? ਧਰਤੀ ਚੋਂ ਕੱਢਣਾ। ਕੋਈ ਵੀ ਮਿਨਰਲ ਹੈ, ਕੋਈ ਵੀ ਪਦਾਰਥ ਆ ਜਿਹੜਾ ਧਰਤੀ ਚੋਂ ਆਪਾਂ ਕੱਢਦੇ ਆ, ਪਾਣੀ ਵੀ ਕੱਢਦੇ ਆ, ਦੈਟ ਇਜ਼ ਕਾਲਡ ਐਸ ਕੀ ਕਰਨਾ? ਐਕਸਟ੍ਰੈਕਟ ਕਰਨਾ। ਕੰਪਨੀਜ਼ ਦੈਟ ਐਕਸਟ੍ਰੈਕਟ ਫੋਸਲ ਫਿਊਲਸ ਸੱਚ ਐਸ ਪੈਟਰੋਲੀਅਮ ਐਂਡ ਕੋਲ। ਫੋਸਲ ਫਿਊਲਸ ਕਿਹੜੇ? ਸੱਚ ਐਸ ਬਈ, ਜਿੱਦਾਂ ਕੀ ਹੋ ਗਏ? ਪੈਟਰੋਲੀਅਮ ਹੋ ਗਿਆ, ਕੋਲ ਹੋ ਗਿਆ। ਫੇਸ ਇਨਸਰਮਾਊਂਟੇਬਲ ਪ੍ਰੈਸ਼ਰ। ਵਟ ਇਜ਼ ਦਾ ਮੀਨਿੰਗ ਆਫ ਇਨਸਰਮਾਊਂਟੇਬਲ? ਇਹ ਉਹਨਾਂ ਪ੍ਰੈਸ਼ਰ ਜਿਹਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਫੇਸ ਇਨਸਰਮਾਊਂਟੇਬਲ ਪ੍ਰੈਸ਼ਰ ਟੂ ਲਿਮਿਟ देयर ਪ੍ਰੋਡਕਸ਼ਨ। ਕਿਹੜੀਆਂ ਕੰਪਨੀਆਂ? ਜਿਹੜੀਆਂ ਕੀ ਐਕਸਟ੍ਰੈਕਟ ਕਰਦੀਆਂ? ਫੋਸਲ ਫਿਊਲ ਐਕਸਟ੍ਰੈਕਟ ਕਰਦੀਆਂ। ਕੀ ਫੇਸ ਕਰ ਰਹੀਆਂ? ਇਨਸਰਮਾਊਂਟੇਬਲ ਪ੍ਰੈਸ਼ਰ ਫੇਸ ਕਰ ਰਹੀਆਂ। ਕਿਹਦੇ ਤੋਂ? ਕਾਦੇ ਵਾਸਤੇ? ਟੂ ਲਿਮਿਟ देयर ਪ੍ਰੋਡਕਸ਼ਨ। ਲਿਮਿਟ ਦਾ ਮਤਲਬ ਇੱਥੇ ਕੀ ਆ ਗਿਆ? ਆਪਦੀ ਪ੍ਰੋਡਕਸ਼ਨ ਨੂੰ ਘਟਾਉਣ ਪਿੱਛੇ। causing not only a plunge in their profit, ਜਿਹਦੇ ਕਰਕੇ ਨੈਗੇਟਿਵ ਇਫੈਕਟ ਕੀ ਪੈ ਰਿਹਾ? causing not only a plunge ਦਾ ਮਤਲਬ ਕੀ ਆ? ਥੱਲੇ ਨੂੰ ਜਾਣਾ। causing not only a plunge in their profit and stock but a massive layoff of their workers। ਕੱਲਾ ਪ੍ਰੋਫਿਟ ਤੇ ਸਟਾਕ ਦਾ ਪ੍ਰਾਈਸ ਹੀ ਨਹੀਂ ਘਟ ਰਿਹਾ, ਬਟ ਨਾਲ ਹੋਰ ਕੀ ਘਟ ਰਿਹਾ? ਨਾਲ ਹੋਰ ਕੀ ਹੋ ਰਹੀ ਆ? ਮੈਸਿਵ ਲੇ ਆਫ ਵੀ ਹੋ ਰਹੀ ਆ। ਲੇ ਆਫ ਦਾ ਮਤਲਬ ਕੀ ਹੁੰਦਾ? ਵਰਕਰਾਂ ਨੂੰ ਜੌਬ ਤੋਂ ਕੱਢਣਾ। ਬਿਕੋਜ਼ ਪ੍ਰੋਡਕਸ਼ਨ ਕੀ ਹੋ ਗਈ? ਲਿਮਿਟਡ ਹੋ ਗਈ। ਪ੍ਰੈਸ਼ਰ ਇੰਨਾ ਕਿ ਆਪਦੀ ਪ੍ਰੋਡਕਸ਼ਨ ਕੀ ਕਰ ਲਓ? ਘਟਾ ਲਓ। ਪ੍ਰੋਡਕਸ਼ਨ ਘਟਾ ਲਈ ਤਾਂ ਮਤਲਬ ਕੀ ਘਟ ਗਿਆ? ਪ੍ਰੋਫਿਟ ਘਟ ਗਿਆ, ਸਟਾਕ ਦਾ ਪ੍ਰਾਈਸ ਘਟ ਗਿਆ। ਸੌਰੀ, ਇੱਥੇ ਪ੍ਰਾਈਸ ਆਏਗਾ, ਸਟਾਕ ਪ੍ਰਾਈਸ। ਬਟ ਐ ਮੈਸਿਵ ਲੇ ਆਫ, ਨਾਲ ਦੀ ਨਾਲ ਹੋਰ ਕਿਹੜੀ ਚੀਜ਼ ਬਈ? ਲੇ ਆਫ ਵੀ ਕਰਨੀ ਪੈਂਦੀ ਹੈ, ਵਰਕਰ ਕੱਢਣੇ ਵੀ ਪੈਂਦੇ ਆ, ਠੀਕ ਹੈ ਬਈ। ਸੈਕਿੰਡ ਨੈਗੇਟਿਵ ਇਫੈਕਟ ਕਿਹੜਾ ਹੈਗਾ ਬਿਜ਼ਨਸਿਸ ਦੇ? ਹੋਰ ਬਈ ਆਪਾਂ ਕੀ ਲਿਖ ਸਕਦੇ ਹਾਂ ਇਹਦੇ ਵਿੱਚ ਕਿ ਨੈਗੇਟਿਵ ਇਫੈਕਟ ਪੈ ਰਹੇ ਨੇ ਕਲਾਈਮੇਟ ਚੇਂਜ ਦੇ? ਹੁਣ ਆਟੋਮੋਬਾਈਲ ਸੈਕਟਰ ਦੇਖ ਲਓ। ਆਟੋਮੋਬਾਈਲ ਸੈਕਟਰ ਦੇ ਵਿੱਚ ਕੀ ਹੋਇਆ ਕਿ ਦਿਨੋਂ ਦਿਨ ਕੰਪਨੀਆਂ ਦੇ ਉੱਤੇ ਪ੍ਰੈਸ਼ਰ ਪੈ ਰਿਹਾ ਕਿ ਤੁਸੀਂ ਆਪਦੇ ਜਿਹੜੇ ਟ੍ਰੈਡੀਸ਼ਨਲ ਵਾਹੀਕਲਸ ਨੇ, ਟ੍ਰੈਡੀਸ਼ਨਲ ਵਾਹੀਕਲਸ ਕਿਹੜੇ ਹੋ ਗਏ? ਜਿਵੇਂ ਡੀਜ਼ਲ ਤੇ ਚੱਲਦੇ ਨੇ, ਜਿਵੇਂ ਹੁਣੀ ਜੇ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੀਆਂ ਹੋਣਗੀਆਂ, ਡੀਜ਼ਲ ਕਾਰਾਂ ਕੀ ਕਰਤੀਆਂ? ਬੰਦ ਕਰਤੀਆਂ। ਡੀਜ਼ਲ ਕਾਰਾਂ ਹੀ ਜ਼ਿਆਦਾ ਵਿਕਦੀਆਂ ਸੀ, ਸੋ ਕੰਪਨੀਆਂ ਨੂੰ ਵਾਧਾ ਹੋਇਆ ਕਿ ਘਾਟਾ ਹੋਇਆ? ਘਾਟਾ। ਕਾਹਦੇ ਕਰਕੇ ਹੋਇਆ? ਗਲੋਬਲ ਵਾਰਮਿੰਗ ਕਰਕੇ। ਜੇ ਗਲੋਬਲ ਵਾਰਮਿੰਗ ਨਾ ਹੁੰਦੀ ਤਾਂ ਚੱਲ ਹੀ ਰਹੀਆਂ ਸੀ ਡੀਜ਼ਲ ਵਾਲੀਆਂ ਕਾਰਾਂ। ਸੋ ਟ੍ਰੈਡੀਸ਼ਨਲ ਵਾਹੀਕਲਸ ਦਿਨੋਂ ਦਿਨ ਕੀ ਹੋ ਰਿਹਾ? ਸੇਲ ਘਟਦੀ ਜਾ ਰਹੀ ਹੈ। ਲੋਕਾਂ ਦੇ ਮਾਈਂਡ ਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ ਹੈਗੀ ਆ ਕਿ ਯਾਰ ਆਪਾਂ ਟ੍ਰੈਡੀਸ਼ਨਲ ਵਾਹੀਕਲਸ ਨਾ ਲਈਏ, ਆਪਾਂ ਪੋਲਿਊਟਰ ਦੇ ਤੌਰ ਤੇ ਗਿਣੇ ਜਾਵਾਂਗੇ। ਸੋ ਇਹੋ ਜਿਹੀ ਜਿਹੜੀ ਇੰਡਸਟਰੀ ਆ ਉਹਨੂੰ ਕੀ ਹੋ ਰਿਹਾ? ਦਿਨੋਂ ਦਿਨ ਕੀ ਹੋ ਰਿਹਾ? ਘਾਟਾ ਪੈ ਰਿਹਾ। ਸੈਕਿੰਡ ਪੁਆਇੰਟ ਆਪਾਂ ਇਹਦੇ ਤੇ ਲਿਖਦੇ। ਸੋ ਅਗਲਾ ਆਪਾਂ ਕਨੈਕਟਰ ਕਿਹੜਾ ਲਾਇਆ ਵੀ? ਮੋਰ ਓਵਰ ਲਾਇਆ ਦੀ ਆਟੋਮੋਬਾਈਲ ਸੈਕਟਰ। ਇੱਕ ਚੀਜ਼ ਦੇਖ ਲਓ, ਜਿੱਥੇ ਵੀ ਤੁਸੀਂ ਸੈਕਟਰ ਦੇ ਮੂਹਰੇ ਕੋਈ ਵੀ ਸੈਕਟਰ ਲਾਉਣਾ, ਠੀਕ ਹੈ, ਤਾਂ ਹਮੇਸ਼ਾ ਉਹਦੇ ਮੂਹਰੇ ਕੀ ਆਊਗਾ? ਦਾ ਆਊਗਾ। ਜਿਵੇਂ ਹੌਸਪਿਟੈਲਿਟੀ ਸੈਕਟਰ, ਤਾਂ ਹਮੇਸ਼ਾ ਮੂਹਰੇ ਕੀ ਆਊਗਾ? ਦਾ ਹੌਸਪਿਟੈਲਿਟੀ ਸੈਕਟਰ। ਕੋਈ ਖਾਸ ਸੈਕਟਰ ਦੀ ਗੱਲ ਕਰ ਰਹੇ ਹਾਂ।
ਦੀ ਆਟੋਮੋਬਾਈਲ ਸੈਕਟਰ ਵਿੱਚ ਮੈਨੂਫੈਕਚਰਸ ਵਿੱਚ ਕਿਹਦੀ ਥਾਂ ਤੇ ਆਇਆ, ਆਟੋਮੋਬਾਈਲ ਸੈਕਟਰ ਦੀ ਥਾਂ ਤੇ। ਵਿੱਚ ਇਹਦਾ ਮਤਲਬ ਕੀ ਹੋ ਗਿਆ, ਸਿੰਗੂਲਰ ਹੋ ਗਿਆ। ਤਾਂ ਸਬਜੈਕਟ ਵਰਬ ਐਗਰੀਮੈਂਟ ਆਪਣਾ ਕੀ ਕਹਿੰਦਾ, ਅਗਲਾ ਆਪਣੇ ਕੋਲੇ ਵਰਬ ਕੀ ਆਏਗਾ, ਐਸ ਵਾਲਾ ਵਰਬ ਆਏਗਾ, ਮੈਨੂਫੈਕਚਰਸ ਵਿੱਚ ਮੈਨੂਫੈਕਚਰਸ ਟ੍ਰੈਡੀਸ਼ਨਲ ਵਹੀਕਲਸ ਰਨਿੰਗ ਔਨ ਡੀਜ਼ਲ ਐਂਡ ਗੈਸ। ਆਟੋਮੋਬਾਈਲ ਸੈਕਟਰ ਜਿਹੜਾ ਕੀ ਮੈਨੂਫੈਕਚਰ ਕਰਦਾ, ਟ੍ਰੈਡੀਸ਼ਨਲ ਵਹੀਕਲਸ ਮੈਨੂਫੈਕਚਰ ਕਰਦਾ, ਕਾਹਦੇ ਤੇ ਰਨ ਕਰਦੇ ਨੇ, ਰਨਿੰਗ ਔਨ ਡੀਜ਼ਲ ਐਂਡ ਗੈਸ, ਹੈਜ਼ ਟੂ ਬੀਅਰ ਦਾ ਹੀਟ ਆਫ ਇਨਵਾਇਰਮੈਂਟਲ ਗਰੁੱਪਸ। ਹੈਜ਼ ਟੂ ਬੀਅਰ, ਬੀਅਰ ਦਾ ਮਤਲਬ ਕੀ ਹੁੰਦਾ ਵੀ ਸਹਿਣ ਕਰਨਾ, ਹੀਟ ਦਾ ਮਤਲਬ ਕਿ ਬੜਾ ਜ਼ਿਆਦਾ ਵਿਰੋਧ ਹੁੰਦਾ, ਠੀਕ ਹੈ। ਸੋ ਕਾਈਂਡ ਆਫ ਮਤਲਬ ਜਦੋਂ ਕਿਸੇ ਤੇ ਐਲੀਗੇਸ਼ਨਾਂ ਲਾਈ ਜਾਣੀਆਂ ਤਾਂ ਮਤਲਬ ਕੀ ਫੇਸ ਕਰ ਰਿਹਾ ਉਹ, ਹੀਟ ਫੇਸ ਕਰ ਰਿਹਾ। ਹੈਜ਼ ਟੂ ਬੀਅਰ ਦਾ ਹੀਟ ਆਫ ਸੋਰੀ ਦਾ ਹੈਜ਼ ਟੂ ਬੀਅਰ ਦਾ ਹੀਟ ਆਫ ਇਨਵਾਇਰਮੈਂਟਲ ਗਰੁੱਪਸ ਐਂਡ ਗਵਰਨਮੈਂਟ ਪਾਲਿਸੀਜ਼। ਸੋ ਜਿਹੜਾ ਆਟੋਮੋਬਾਈਲ ਸੈਕਟਰ ਆ, ਜਿਹੜਾ ਟ੍ਰੈਡੀਸ਼ਨਲ ਵਹੀਕਲਸ ਮੈਨੂਫੈਕਚਰ ਕਰ ਰਿਹਾ ਸੀ, ਉਹਨੂੰ ਕਿਹਦਾ ਸਾਹਮਣਾ ਕਰਨਾ ਪੈ ਰਿਹਾ, ਹੀਟ ਦਾ, ਕਿਹੜੀ ਹੀਟ ਦਾ ਸਾਹਮਣਾ ਕਰਨਾ ਪੈ ਰਿਹਾ, এনवायरमेंटल ਗਰੁੱਪਸ ਉਹਦੇ ਤੇ ਪ੍ਰੈਸ਼ਰ ਪਾ ਰਹੇ ਨੇ। ਹੋਰ ਕੌਣ ਬਈ, ਗਵਰਨਮੈਂਟ ਪਾਲਿਸੀਜ਼ ਇਹੋ ਜਿਹੀਆਂ ਹੋ ਰਹੀਆਂ। ਫਿਰ ਹੋਇਆ ਕੀ, ਨੈਗੇਟਿਵ ਇਫੈਕਟ ਕੀ ਪਿਆ, ਦਸ the growth of this industry has declined drastically। ਸੋ ਜਿਹੜੀ ਆਟੋਮੋਬਾਈਲ ਸੈਕਟਰੀ ਆ ਉਹਦੀ ਗਰੋਥ ਕੀ ਹੋ ਚੁੱਕੀ ਆ, ਡਿਕਲਾਈਨਡ ਡਰਾਸਟਿਕਲੀ, ਬਹੁਤ ਜ਼ਿਆਦਾ ਘਟ ਚੁੱਕੀ ਆ। which has cascading effects on other sectors also। ਕਾਸਕੇਡਿੰਗ ਦਾ ਮਤਲਬ ਕੀ ਹੁੰਦਾ, ਇੱਕ ਤੇ ਇਫੈਕਟ ਪੈ ਗਿਆ, ਥੱਲੇ ਬਾਕੀਆਂ ਤੇ ਇਫੈਕਟ ਪੈਣੇ, that is called as cascading effects। ਸੋ ਜਿਵੇਂ ਮੰਨ ਲਓ ਇੱਕ ਚੀਜ਼, ਜਿਵੇਂ ਮੰਨ ਲਓ ਕੋਈ ਡੀਜ਼ਲ ਦਾ ਰੇਟ ਵੱਧ ਗਿਆ ਤਾਂ ਟਰਾਂਸਪੋਰਟੇਸ਼ਨ ਦਾ ਵੱਧ ਜਾਂਦਾ ਹੁੰਦਾ, ਤੇ ਉਸ ਤੋਂ ਬਾਅਦ ਸਬਜ਼ੀਆਂ ਫਲਾਂ ਸਾਰੀਆਂ ਚੀਜ਼ਾਂ ਦਾ ਹੀ ਵੱਧ ਜਾਂਦਾ, ਠੀਕ ਹੈ, ਕਿਉਂਕਿ ਟਰਾਂਸਪੋਰਟੇਸ਼ਨ ਕਾਸਟ ਵੱਧ ਗਈ, ਉਹ ਕਾਸਕੇਡਿੰਗ ਇਫੈਕਟ ਹੁੰਦਾ। ਸੋ ਇਸ ਇੰਡਸਟਰੀ ਦਾ ਤਾਂ ਗਰੋਥ ਰੇਟ ਥੱਲੇ ਗਿਆ ਹੀ ਗਿਆ। ਜਿਹੜੀਆਂ ਇਹਦੇ ਤੇ ਡਿਪੈਂਡੈਂਟ ਹੋਰ ਇੰਡਸਟਰੀਆਂ ਸੀ ਉਹਨਾਂ ਦੇ ਉੱਤੇ ਵੀ ਇਫੈਕਟ ਪੈ ਰਿਹਾ, ਕਾਸਕੇਡਿੰਗ ਇਫੈਕਟ ਪੈ ਰਿਹਾ। ਕਲੀਅਰ ਆ ਵੀ। ਸੋ ਇਹ ਵੀ ਆਪਣਾ ਕੀ ਹੋ ਗਿਆ, ਨੈਗੇਟਿਵ ਪੁਆਇੰਟ ਹੋ ਗਿਆ ਆਪਣੇ ਕੋਲੇ। ਕਲਾਈਮੇਟ ਚੇਂਜ ਦਾ ਕਿਹੜਾ ਨੈਗੇਟਿਵ ਇਫੈਕਟ ਆ। ਥਰਡ ਹੁਣ ਆਪਾਂ ਲਿਖਦੇ ਹਾਂ, ਥਰਡ ਪੁਆਇੰਟ ਕਿਹੜਾ ਹੈ। ਬਿਫੋਰ proceeding further, if you're really enjoying this video, kindly subscribe my channel and kindly share it with your friends। So third point is, furthermore, every industry contributing to toxins and greenhouse emission। ਜਿਹੜੀ ਵੀ ਮਰਜ਼ੀ ਇੰਡਸਟਰੀ ਅੱਜ ਕੱਲ ਟੌਕਸਿਕ ਗੈਸਿਸ ਰਿਲੀਜ਼ ਕਰ ਰਹੀ ਹੈ ਜਾਂ ਗ੍ਰੀਨ ਹਾਊਸ ਐਮਿਸ਼ਨ ਰਿਲੀਜ਼ ਕਰ ਰਹੀ ਹੈ, ਕੋਈ ਵੀ ਇੰਡਸਟਰੀ, ABC ਜੋ ਵੀ ਤੁਹਾਡੀ ਇੰਡਸਟਰੀ ਆ ਜਿਹੜੀ এনवायरमेंट ਨੂੰ ਪੋਲਿਊਟ ਕਰ ਰਹੀ ਆ। এনवायरमेंट ਨੂੰ ਪੋਲਿਊਟ ਕਰਨ ਦਾ ਮਤਲਬ ਕੀ ਹੋਗਾ, ਕਾਹਦੇ ਵਿੱਚ ਯੋਗਦਾਨ ਪਾ ਰਹੀ ਹੈ, ਕਲਾਈਮੇਟ ਚੇਂਜ ਦੇ ਵਿੱਚ ਯੋਗਦਾਨ ਪਾ ਰਹੀ ਹੈ, ਗਲੋਬਲ ਵਾਰਮਿੰਗ ਦੇ ਵਿੱਚ ਯੋਗਦਾਨ ਪਾ ਰਹੀ ਹੈ। ਐਵਰੀ ਇੰਡਸਟਰੀ ਕੰਟਰੀਬਿਊਟਿੰਗ, ਹਰ ਕੋਈ ਇੰਡਸਟਰੀ, ਮਤਲਬ ਐਵਰੀ ਹੁੰਦਾ ਸਿੰਗੂਲਰ ਹੁੰਦਾ, ਇੰਡਸਟਰੀ ਕੰਟਰੀਬਿਊਟਿੰਗ ਟੂ ਟੌਕਸਿਨਸ, ਟੌਕਸਿਕ ਗੈਸਿਸ ਵੀ ਲਿਖ ਸਕਦੇ ਆ, ਐਂਡ ਗ੍ਰੀਨ ਹਾਊਸ ਐਮਿਸ਼ਨ, ਗ੍ਰੀਨ ਹਾਊਸ ਗੈਸਿਸ ਜਿਹੜੀਆਂ ਗਲੋਬਲ ਵਾਰਮਿੰਗ ਦੇ ਵਿੱਚ ਯੋਗਦਾਨ ਪਾਉਂਦੀਆਂ, ਜਿਵੇਂ ਕੀ ਹੋ ਗਿਆ, ਮੀਥੇਨ ਹੋ ਗਈ, ਕਾਰਬਨ ਹੋ ਗਈ, ਠੀਕ ਹੈ। ਇਹ ਸਾਰੀਆਂ ਕਿਹੜੀਆਂ ਗੈਸਿਸ ਆ ਜਿਹੜੀਆਂ ਹੀਟ ਅਬਜ਼ੌਰਬ ਕਰਦੀਆਂ। ਗ੍ਰੀਨ ਹਾਊਸ ਐਮਿਸ਼ਨਸ ਇਜ਼ ਫੋਰਸਡ ਬਾਈ ਦਾ ਗਵਰਨਮੈਂਟ ਟੂ ਯੂਜ਼ ਨਿਊ ਟੈਕਨੀਕਸ। ਜਿਹੜੀ ਵੀ ਇੰਡਸਟਰੀ ਪੋਲਿਊਟ ਕਰੂਗੀ, ਗਵਰਨਮੈਂਟ ਅੱਜ ਕੱਲ੍ਹ ਉਹਨੂੰ ਕੀ ਫੋਰਸ ਕਰਦੀ ਹੈ ਕਿ ਬਈ ਤੂੰ ਪੁਰਾਣੀਆਂ ਟੈਕਨੀਕਸ ਛੱਡ, ਕੀ ਯੂਜ਼ ਕਰ, ਨਿਊ ਟੈਕਨੀਕਸ ਯੂਜ਼ ਕਰ। ਜੇ ਕੋਈ ਵੀ ਇੰਡਸਟਰੀ ਨਵੀਆਂ ਟੈਕਨੀਕਸ ਯੂਜ਼ ਕਰੂਗੀ ਤਾਂ ਓਬਵੀਅਸਲੀ ਉਹਦੀ ਰਨਿੰਗ ਕਾਸਟ ਕੀ ਹੋਊਗੀ, ਵਧੂਗੀ, ਮਤਲਬ ਉਹਦੀ ਪ੍ਰੋਡਕਸ਼ਨ ਦੀ ਕਾਸਟ ਕੀ ਹੋਊਗੀ, ਵਧੂਗੀ। ਜੇ ਕਾਸਟ ਵਧ ਗਈ ਤਾਂ ਓਬਵੀਅਸਲੀ ਫਾਈਨੈਂਸ਼ੀਅਲ ਇੰਸਟੇਬਿਲਿਟੀ ਆਉਣੀ, ਠੀਕ ਹੈ। is forced every industry contributing to toxins and greenhouse emission is forced by the government। ਕਿਹਦੇ ਦੁਆਰਾ ਫੋਰਸ ਕੀਤਾ ਜਾਂਦਾ, by the government to use new techniques raising its running cost। ਜਿਹਦੇ ਨਾਲ ਕੀ ਵੱਧ ਜਾਂਦਾ, ਰੇਜ਼ ਦਾ ਮਤਲਬ ਕੀ ਹੁੰਦਾ, ਵੱਧ ਜਾਂਦਾ, ਕੀ ਵੱਧ ਜਾਂਦਾ ਵੀ, ਰਨਿੰਗ ਕਾਸਟ। ਇੰਡਸਟਰੀ ਨੂੰ ਰਨ ਕਰ, ਟੈਕਨੋਲੋਜੀ ਚੇਂਜ ਕਰਤੀ, ਸਾਰੀ ਮਸ਼ੀਨਰੀ ਚੇਂਜ ਕਰਤੀ ਤਾਂ ਰਨਿੰਗ ਕਾਸਟ ਤਾਂ ਵਧੂ ਐਂਡ ਕਾਜ਼ਿੰਗ ਫਾਈਨੈਂਸ਼ੀਅਲ ਇਨਸਟੇਬਿਲਿਟੀ। ਸੋ ਇਹ ਵੀ ਨੈਗੇਟਿਵ ਇਫੈਕਟ ਪੈ ਰਿਹਾ ਗਲੋਬਲ ਵਾਰਮਿੰਗ ਕਰਕੇ। ਨਵੀਆਂ ਟੈਕਨੀਕਸ ਅਪਣਾਉਣੀਆਂ ਪੈਂਦੀਆਂ, ਨਵੀਆਂ ਟੈਕਨੀਕਸ ਅਪਣਾਉਣੀਆਂ ਪੈਂਦੀਆਂ ਤਾਂ ਉਹਦੇ ਨਾਲ ਜਿਹੜੀ ਇੰਡਸਟਰੀ ਦੀ ਜਿਹੜੀ ਰਨਿੰਗ ਕਾਸਟ ਆ, ਪ੍ਰੋਡਕਸ਼ਨ ਕਾਸਟ ਆ, ਠੀਕ ਹੈ, ਕਿਸੇ ਵੀ ਚੀਜ਼ ਨੂੰ, ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੀ ਜਿਹੜੀ ਕਾਸਟ ਹੋ ਗਈ ਹੋ ਜਾਂਦੀ ਆ, ਵੱਧ ਜਾਂਦੀ ਹੈ। ਜੇ ਕਾਸਟ ਵਧੂਗੀ ਤਾਂ ਫਾਈਨੈਂਸ਼ੀਅਲ ਇੰਸਟੇਬਿਲਿਟੀ ਆਊਗੀ। ਸੋ ਥੀਜ਼ ਆਰ ਸਮ ਨੈਗੇਟਿਵ ਇਫੈਕਟਸ ਔਨ ਕਿਹਦੇ ਉੱਤੇ, ਬਿਜ਼ਨੈਸਿਸ ਦੇ ਉੱਤੇ। ਕਾਹਦੇ ਨੈਗੇਟਿਵ ਇਫੈਕਟ ਆ, ਕਲਾਈਮੇਟ ਚੇਂਜ ਦੇ।
ਸੈਕਿੰਡ ਬੀਪੀ ਦੇ ਵਿੱਚ ਆਪਾਂ ਕੀ ਲਿਖਾਂਗੇ, ਸੈਕਿੰਡ ਬੀਪੀ ਦੇ ਵਿੱਚ ਆਪਾਂ ਲਿਖਾਂਗੇ ਕਲਾਈਮੇਟ ਚੇਂਜ ਕਰਕੇ ਬਹੁਤ ਸਾਰੇ ਬਿਜ਼ਨੈਸਿਸ ਨੂੰ ਕੀ ਹੋ ਰਹੀਆਂ, ਕੀ ਜਨਰੇਟ ਹੋ ਰਹੀਆਂ, ਬਿਜ਼ਨਸ ਅਪੋਰਚੁਨਿਟੀਜ਼ ਵੀ ਜਨਰੇਟ ਹੋ ਰਹੀਆਂ। ਕਿਹੜੀਆਂ ਬਿਜ਼ਨਸ ਅਪੋਰਚੁਨਿਟੀਜ਼ ਜਨਰੇਟ ਹੋ ਰਹੀਆਂ, ਵੀ ਵਿਲ ਡਿਸਕਸ ਦੈਟ ਇਨ ਆਵਰ BP2। Before starting BP2, first of all we have to write opening sentence। opening sentence ਆਪਣੀ ਕਾਹਦੇ ਵਿੱਚ ਹੈਲਪ ਕਰੇਗਾ, to connect our essay with, to connect our BP2 with BP1। so opening sentence ਉਹਦੇ ਵਿੱਚ ਆਪਾਂ ਲਿਖਾਂਗੇ। so let's see ਕਿੱਦਾਂ start। students ਹੁਣ ਆਪਾਂ ਕਿੱਥੋਂ start ਕਰਨਾ, on the other hand। ਪਹਿਲਾਂ ਆਪਾਂ ਕਿੱਥੋਂ start ਕੀਤਾ ਸੀ, on the one hand। ਫਿਰ ਆਪਾਂ ਕਿੱਥੋਂ start ਕੀਤਾ, on the other hand। First of all we have to write opening sentence। opening sentence नहीं भूलना, opening sentence is very very necessary। की opening sentence लिखना कि जी climate change करके business opportunities की हो रही हैं, बढ़ रही हैं। सो की लिखिया जी आपां, the current climate crisis, जिहड़ा current दा मतलब जिहड़ा हुण चल रहा, the current climate crisis can help the corporate sector। corporate sector ਕਿਹੜਾ ਹੁੰਦਾ ਜੀ, ਪਹਿਲਾਂ ਤਾਂ ਕ੍ਰਾਈਸਿਸ ਦਾ ਮਤਲਬ ਦੱਸੀਏ ਤੁਹਾਨੂੰ। ਕਲਾਈਮੇਟ ਕ੍ਰਾਈਸਿਸ, ਕ੍ਰਾਈਸਿਸ ਦਾ ਮਤਲਬ ਹੁੰਦਾ ਕੋਈ ਸੰਕਟ ਖੜਾ ਹੋ ਜਾਣਾ, ਜਿਵੇਂ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਸੀ। ਸੋ ਕ੍ਰਾਈਸਿਸ ਦਾ ਮਤਲਬ ਕੀ ਹੁੰਦਾ, ਕੋਈ ਜਿਵੇਂ ਵਾਟਰ ਕ੍ਰਾਈਸਿਸ, ਵਾਟਰ ਦਾ ਸੰਕਟ ਖੜਾ ਹੋ ਗਿਆ। ਸੋ ਕਲਾਈਮੇਟ ਕ੍ਰਾਈਸਿਸ ਕੈਨ ਹੈਲਪ ਦਾ ਕਾਰਪੋਰੇਟ ਸੈਕਟਰ, ਕਿਹਦੇ ਵਾਸਤੇ, ਬਿਜ਼ਨਸ, ਕਿਹਦੇ ਵਾਸਤੇ ਅਪੋਰਚੁਨਿਟੀਜ਼ ਵੀ, ਬਿਜ਼ਨਸਿਸ ਵਾਸਤੇ। ਸੋ ਬਿਜ਼ਨਸ ਵਾਲਾ ਸੈਕਟਰ ਕਿਹੜਾ ਹੁੰਦਾ, ਦਾ ਕਾਰਪੋਰੇਟ ਸੈਕਟਰ ਐਂਡ ਬਿਜ਼ਨਸ ਆਰਗੇਨਾਈਜੇਸ਼ਨਸ ਟੂ ਗ੍ਰੈਬ ਨਿਊ ਅਪੋਰਚੁਨਿਟੀਜ਼। ਸੋ ਜਿਹੜਾ ਕਲਾਈਮੇਟ ਕ੍ਰਾਈਸਿਸ ਚੱਲ ਰਿਹਾ ਉਹ ਹੈਲਪ ਕਰ ਸਕਦਾ, ਕਿਹਦੀ ਹੈਲਪ ਕਰ ਸਕਦਾ, ਕਾਰਪੋਰੇਟ ਸੈਕਟਰ ਦੀ, ਨਾਲ ਕਿਹਦੀ, ਬਿਜ਼ਨਸ ਆਰਗੇਨਾਈਜੇਸ਼ਨਸ ਦੀ, ਟੂ ਗ੍ਰੈਬ ਨਿਊ ਅਪੋਰਚੁਨਿਟੀਜ਼। ਕਿਹੜੀਆਂ ਅਪੋਰਚੁਨਿਟੀਜ਼ ਨੇ ਯਾਰ, ਕਿੱਦਾਂ ਕਲਾਈਮੇਟ ਚੇਂਜ ਨਾਲ ਬਿਜ਼ਨਸ ਅਪੋਰਚੁਨਿਟੀਜ਼ ਕਿੱਦਾਂ ਵੱਧ ਸਕਦੀਆਂ, ਤੁਹਾਨੂੰ ਕੀ ਲੱਗਦਾ, ਸੋਚੋ ਥੋੜਾ ਜਿਹਾ, ਪਹਿਲਾਂ ਐਸੇ ਕਰਨ ਤੋਂ ਪਹਿਲਾਂ ਮਾੜਾ ਜਿਹਾ ਸੋਚੋ। ਹੁਣ ਦੇਖ ਲਓ ਕਿ ਜਿਵੇਂ ਅੱਜ ਕੱਲ੍ਹ ਇਲੈਕਟ੍ਰੀਸਿਟੀ ਹੈ, ਕਿਹਦੇ ਤੋਂ ਪ੍ਰੋਡਿਊਸ ਹੁੰਦੀ ਆ, ਵੀ ਜ਼ਿਆਦਾਤਰ ਕੋਲ ਤੋਂ ਪ੍ਰੋਡਿਊਸ ਹੁੰਦੀ ਆ, ਠੀਕ ਹੈ। ਸੋ ਕੋਲ ਤੋਂ ਪ੍ਰੋਡਿਊਸ ਹੁੰਦੀ ਆ ਤਾਂ ਉਹ ਦਿਨੋਂ ਦਿਨ ਘਟਾਉਣੀ ਆ ਕਲਾਈਮੇਟ ਚੇਂਜ ਕਰਕੇ। ਸੋ ਕਾਹਦੇ ਤੋਂ ਪ੍ਰੋਡਿਊਸ ਕਰ ਰਹੇ ਆ ਇਲੈਕਟ੍ਰੀਸਿਟੀ ਜ਼ਿਆਦਾ, ਵੀ ਰੀਨਿਊਏਬਲ એનર્ਜੀ ਸੋਰਸਿਸ ਤੋਂ। ਸੋ ਜਿਹੜੀਆਂ ਕੰਪਨੀਆਂ ਰੀਨਿਊਏਬਲ એનર્ਜੀ ਸੋਰਸਿਸ ਤੇ ਸੈਕਟਰ ਦੇ ਵਿੱਚ ਹੈਗੀਆਂ, ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਵਿੰਡ એનર્ਜੀ, ਸੋਲਰ એનર્ਜੀ, ਠੀਕ ਹੈ, ਹਾਈਡਰੋ ਪਾਵਰ, ਇਹੋ ਜਿਹੇ ਪਾਸੇ ਉਹ ਦਿਨੋਂ ਦਿਨ ਕੀ ਕਰ ਰਹੀਆਂ, ਐਕਸਪੈਂਡ ਕਰ ਰਹੀਆਂ। ਉਹਨਾਂ ਲਈ ਤਾਂ ਕਲਾਈਮੇਟ ਚੇਂਜ ਵਰਦਾਨ ਬਣ ਕੇ ਸਾਹਮਣੇ ਆਇਆ, ਉਹਨਾਂ ਦਾ ਬਿਜ਼ਨਸ ਤਾਂ ਟ੍ਰਿਪਲ 4 ਟਾਈਮ 10 ਟਾਈਮ ਗਰੋ ਕਰ ਰਿਹਾ। ਸੋ ਇਹ ਵਾਲੀਆਂ ਬਿਜ਼ਨਸ ਅਪੋਰਚੁਨਿਟੀ ਸਾਹਮਣੇ ਆਈਆਂ। ਸੋ ਲੈਟਸ ਸੀ ਆਪਾਂ ਲਿਖੀਏ। ਸੋ ਦ ਕੌਨਸਪੀਸ਼ੀਅਸ ਵਨ ਇਜ਼ ਦੈਟ ਕੰਪਨੀਜ਼, ਦਾ ਕੌਨਸਪੀਸ਼ੀਅਸ ਵਨ ਕਿਹੜਾ, ਮਤਲਬ ਕਾਹਦੀ ਥਾਂ ਤੇ ਲਾਉਣੇ ਆ, ਵੀ ਆਪਾਂ ਜਿਵੇਂ ਪਹਿਲੇ ਦੇ ਵਿੱਚ ਆਪਾਂ ਲਾਇਆ ਸੀ ਫਸਟ ਐਂਡ ਫਾਰਮੋਸਟ, ਇੱਥੇ ਆਪਾਂ ਕਿਹੜਾ ਲਾ ਲਿਆ, ਦ ਕੌਨਸਪੀਸ਼ੀਅਸ ਵਨ ਇਜ਼ ਦੈਟ ਕੰਪਨੀਜ਼, ਕਿਹੜੀਆਂ ਕੰਪਨੀਜ਼, ਡੀਲਿੰਗ ਵਿਦ ਰੀਨਿਊਏਬਲ એનર્ਜੀ ਰਿਸੋਰਸਿਸ। ਕੰਪਨੀਆਂ ਜਿਹੜੀਆਂ ਕਾਹਦੇ ਵਿੱਚ ਡੀਲ ਕਰ ਰਹੀਆਂ, ਰੀਨਿਊਏਬਲ એનર્ਜੀ ਸੋਰਸਿਸ। ਰੀਨਿਊਏਬਲ એનર્ਜੀ ਸੋਰਸਿਸ ਕਿਹੜੇ ਨੇ, ਵੀ ਸੋਲਰ ਵਾਲੀਆਂ ਹੋ ਗਈਆਂ, ਵਿੰਡ ਵਾਲੀਆਂ ਹੋ ਗਈਆਂ, ਹਾਈਡਰੋ ਵਾਲੀਆਂ ਹੋ ਗਈਆਂ, ਠੀਕ ਹੈ, ਬੈਟਰੀਜ਼ ਬੂਟਰੀਜ਼ ਵਾਲੀਆਂ ਹੋ ਗਈਆਂ। ਹੈਵ ਐਕਸਪੈਂਡਡ ਸਿਗਨੀਫੀਕੈਂਟਲੀ, ਇਹੋ ਜਿਹੀਆਂ ਕੰਪਨੀਆਂ ਕੀ ਹੋਈਆਂ, ਕੰਪਨੀਜ਼ ਸੀ ਤਾਂ ਕੀ ਹੋ ਗਿਆ, ਹੈਵ ਪਲੱਸ ਕਿਹੜੀ ਫਾਰਮ, ਥਰਡ ਫਾਰਮ, ਹੈਵ ਐਕਸਪੈਂਡਡ ਸਿਗਨੀਫੀਕੈਂਟਲੀ। ਸਿਗਨੀਫੀਕੈਂਟਲੀ ਮਤਲਬ ਬਹੁਤ ਜ਼ਿਆਦਾ ਐਕਸਪੈਂਡ ਕੀਤੀਆਂ ਗਈਆਂ। ਡਿਊ ਟੂ ਥ੍ਰੈਟ ਆਫ ਗਲੋਬਲ ਵਾਰਮਿੰਗ, ਕਾਹਦੇ ਕਰਕੇ ਜੀ, ਸਾਰੇ ਬੰਦੇ ਸੋਲਰ ਵਾਲੇ ਪਾਸੇ ਜਾ ਰਹੇ ਆ, ਵਿੰਡ ਵਾਲੇ ਪਾਸੇ ਜਾ ਰਹੇ ਆ। ਸੋ ਕੰਪਨੀਆਂ ਕੀ ਹੋਈਆਂ, ਐਕਸਪੈਂਡ, ਵਧੀਆਂ, ਕਿਵੇਂ ਵਧੀਆਂ, ਸਿਗਨੀਫੀਕੈਂਟਲੀ, ਕਾਹਦੇ ਕਰਕੇ, ਡਿਊ ਟੂ ਥ੍ਰੈਟ, ਖਤਰੇ ਕਰਕੇ, ਕਾਹਦੇ ਖਤਰੇ ਕਰਕੇ, ਕਲਾਈਮੇਟ ਚੇਂਜ। ਕਲਾਈਮੇਟ ਚੇਂਜ ਦੀ ਜਗ੍ਹਾ ਤੇ ਆਪਾਂ ਕੀ ਵਰਡ ਲਿਖਿਆ, ਗਲੋਬਲ ਵਾਰਮਿੰਗ। ਫਾਇਦਾ ਕੀ ਹੋਇਆ, ਕ੍ਰੀਏਟਿੰਗ ਮਿਲੀਅਨਸ ਆਫ ਜੌਬਸ, ਐਕਸਪੈਂਡ ਤਾਂ ਹੋਈਆਂ ਹੀ ਹੋਈਆਂ, ਜਿਹਦੇ ਨਾਲ ਕੀ ਕ੍ਰੀਏਟ ਹੋਈਆਂ, ਕ੍ਰੀਏਟਿੰਗ ਮਿਲੀਅਨਸ ਆਫ ਜੌਬ ਵਰਲਡ ਵਾਈਡ, ਬਹੁਤ ਸਾਰੀਆਂ ਜੌਬਸ ਮਤਲਬ ਕ੍ਰੀਏਟ ਹੋਈਆਂ। ਐਂਡ ਐਕਸਪੀਰੀਐਂਸਿੰਗ ਸਕਾਈ ਰੌਕਟਡ ਗਰੋਥ, ਕਿਹੋ ਜੀ ਗਰੋਥ ਹੋਈ ਆ, ਸਕਾਈ ਰੌਕਟਡ, ਮਤਲਬ ਪਹਿਲਾਂ ਰੈਵਨਿਊ ਥੋੜਾ ਸੀ, ਰੈਵਨਿਊ ਜਮਾ ਟੌਪ ਤੇ ਚਲਿਆ ਗਿਆ। ਲਿਥੀਅਮ ਆਇਨ ਜਿਹੜੀਆਂ ਬੈਟਰੀਜ਼ ਬਣਾਉਂਦੀਆਂ ਕੰਪਨੀਆਂ, ਉਹ ਵੀ ਰੀਨਿਊਏਬਲ એનર્ਜੀ ਸੋਰਸਿਸ ਵਾਲਾ ਹਿਸਾਬ ਕਿਤਾਬ ਹੀ ਆ। ਸੋ ਸਾਰੇ ਦੀਆਂ ਸਾਰੀਆਂ ਮਤਲਬ ਕੰਪਨੀਆਂ ਕੀ ਕਰ ਰਹੀਆਂ, ਐਕਸਪੈਂਡ ਕਰ ਰਹੀਆਂ, ਜੌਬਸ ਕ੍ਰੀਏਟ ਕਰ ਰਹੀਆਂ, ਗਰੋਥ, ਸਕਾਈ ਰੌਕਟਡ ਗਰੋਥ ਆ। ਸੋ ਇਹ ਕੀ ਹੋ ਗਈਆਂ, ਉਹਨਾਂ ਨੂੰ ਕੀ ਪੈਦਾ ਹੋ ਰਹੀਆਂ, ਜ਼ਿਆਦਾ ਜੌਬ ਅਪੋਰਚੁਨਿਟੀਜ਼ ਪੈਦਾ ਹੋ ਰਹੀਆਂ। ਸੋ ਸੈਕਿੰਡ ਆਪਾਂ ਲਿਖੀਏ, ਸੈਕਿੰਡ ਆਪਾਂ ਲਿਖੀਏ। ਨੈਕਸਟ ਭਾਈ ਹੁਣ ਹੋਰ ਕਿਹੜੀਆਂ ਇਹੋ ਜਿਹੀਆਂ ਬਿਜ਼ਨਸ ਅਪੋਰਚੁਨਿਟੀਜ਼ ਆ ਜਿਹੜੀਆਂ ਕਲਾਈਮੇਟ ਚੇਂਜ ਕਰਕੇ ਵੱਧ ਰਹੀਆਂ, ਗਲੋਬਲ ਵਾਰਮਿੰਗ ਕਰਕੇ। ਇਲੈਕਟ੍ਰੋਨਿਕ ਵਾਹੀਕਲਸ, ਅੱਜ ਤੋਂ 10 ਸਾਲ ਪਹਿਲਾਂ ਸੁਣਿਆ ਸੀ ਕਿਸੇ ਨੇ ਇਲੈਕਟ੍ਰੋਨਿਕ ਵਾਹੀਕਲਸ, ਹੁਣ
ਪਿੰਡ ਦਾ ਬੰਦਾ ਬੰਦਾ ਈ ਸਕੂਟੀ ਲਈ ਫਿਰਦਾ। ਕਾਹਦੇ ਕਰਕੇ ਇਹ ਮਤਲਬ ਇਜ਼ਾਫਾ ਦੇਖਿਆ ਗਿਆ? ਇਲੈਕਟ੍ਰੋਨਿਕ ਵਹੀਕਲਸ ਆਉਣ ਦਾ ਕੀ ਕਾਰਨ ਬਣ ਗਿਆ? ਪਰ ਲਿਖਿਆ ਵੀ ਟ੍ਰੈਡੀਸ਼ਨਲ ਵਹੀਕਲਸ ਦਿਨੋਂ ਦਿਨ ਕੀ ਹੋ ਗਏ, ਘਟ ਗਏ। ਟ੍ਰੈਡੀਸ਼ਨਲ ਵਹੀਕਲਸ ਘਟ ਗਏ ਤਾਂ ਇਲੈਕਟ੍ਰੋਨਿਕ ਵਹੀਕਲਸ ਕੀ ਹੋ ਗਏ, ਵੱਧ ਗਏ। ਯੂਰਪੀਅਨ ਕੰਟਰੀਜ਼ ਹੋ ਗਏ ਜਾਂ ਯੂਐਸ ਹੋ ਗਿਆ, ਤਾਂ ਉੱਥੇ ਤਾਂ ਮਤਲਬ ਇਲੈਕਟ੍ਰੋਨਿਕ ਵਹੀਕਲਸ ਬਹੁਤ ਹੀ ਜ਼ਿਆਦਾ, ਕਾਰਾਂ ਕੂਰਾਂ ਵਾਲਾ ਪਾਸਾ ਤਾਂ ਜ਼ਿਆਦਾ ਹੀ ਮਤਲਬ ਇਲੈਕਟ੍ਰੋਨਿਕ ਵਹੀਕਲਸ ਵਾਲੇ ਪਾਸੇ ਤੁਰ ਗਏ। ਕਿਹੜੀ ਨੰਬਰ 1 ਕੰਪਨੀ ਅੱਜ ਕੱਲ੍ਹ ਕਾਰਾਂ ਦੀ? ਮਰਸੀਡੀਜ਼, BMW? ਨਹੀਂ। ਨੰਬਰ 1 ਕੰਪਨੀ ਕਿਹੜੀ ਅਗਰ ਤੁਸੀਂ ਸਰਚ ਕਰੋਗੇ ਕਾਰਸ ਦੀ ਤਾਂ ਅੱਜ ਕੱਲ੍ਹ ਕਿਹੜੀ ਆ? ਟੈਸਲਾ ਗਈ। ਟੈਸਲਾ ਕਿਹਦੀ ਆ ਵੀ? ਇਲੋਨ ਮਸਕ। ਕਾਹਦੇ ਤੇ ਚੱਲਦੀ ਹੈ ਟੈਸਲਾ? ਕਿਹੜੀ ਕੰਪਨੀ ਹੈ ਜਿਹੜੀ ਮਤਲਬ ਇਲੈਕਟ੍ਰੋਨਿਕ ਵਹੀਕਲਸ? ਸੋ ਇਹੋ ਜਿਹੇ ਪਾਸੇ ਵੀ ਜੌਬ ਅਪੋਰਚੁਨਿਟੀਜ਼ ਕੀ ਸੌਰੀ ਬਿਜ਼ਨਸ ਅਪੋਰਚੁਨਿਟੀਜ਼ ਕੀ ਹੋਈਆਂ? ਵਧੀਆਂ। ਸੋ ਲੈਟਸ ਰਾਈਟ ਐਡੀਸ਼ਨਲੀ ਅਗਲਾ ਕਨੈਕਟਰ ਆਪਾਂ ਕਿਹੜਾ ਲਿਆ ਵੀ? ਐਡੀਸ਼ਨਲੀ ਦਾ ਯੂਜ਼ ਆਫ ਇਲੈਕਟ੍ਰੋਨਿਕ ਵਹੀਕਲਸ। ਕਾਹਦਾ ਯੂਜ਼ ਬਈ? ਇਲੈਕਟ੍ਰੋਨਿਕ ਵਹੀਕਲਸ ਹੈਜ਼ ਸਰਜਡ ਸਟੀਪਲੀ। ਸੋ ਕਿਹੜੀ ਇੰਡਸਟਰੀ ਆ ਜਿਹੜੀ ਗਰੋ ਕਰ ਗਈ ਬਈ? ਦੀ ਯੂਜ਼ ਆਫ ਇਲੈਕਟ੍ਰੋਨਿਕ ਵਹੀਕਲ ਹੈਜ਼ ਦਾ ਯੂਜ਼ ਸੀ ਤਾਂ ਹੈਜ਼ ਪਲਸ ਕਿਹੜੀ ਫਾਰਮ? ਥਰਡ ਫਾਰਮ ਹੈਜ਼ ਸਰਜਡ। ਸਰਜ ਦਾ ਮਤਲਬ ਕੀ ਹੁੰਦਾ ਵੀ ਵਧਣਾ। ਕਿੱਦਾਂ ਵਧਿਆ? ਸਟੀਪਲੀ, ਇੱਕਦਮ ਹੀ ਵੱਧ ਗਿਆ। ਟੂ ਕੰਬੈਟ ਕਲਾਈਮੇਟ ਚੇਂਜ। ਕਿਹਨੂੰ ਸਾਹਮਣਾ ਕਰਨ ਵਾਸਤੇ? ਕਲਾਈਮੇਟ ਚੇਂਜ ਦਾ ਸਾਹਮਣਾ ਕਰਨ ਵਾਸਤੇ ਇਲੈਕਟ੍ਰੋਨਿਕ ਵਹੀਕਲਸ ਦਾ ਯੂਜ਼ ਕੀ ਹੋਇਆ? ਸਟੀਪਲੀ ਵਧਿਆ। ਐਂਡ ਟੈਸਲਾ ਐਗਜ਼ਾਮਪਲ ਦੇ ਤੌਰ ਤੇ, ਐਂਡ ਟੈਸਲਾ ਵਿਚ ਮੈਨੂਫੈਕਚਰਸ ਇਲੈਕਟ੍ਰੋਨਿਕ ਵਹੀਕਲਸ, ਇਲੈਕਟ੍ਰੋਨਿਕ ਕਾਰਸ। ਸੋ ਟੈਸਲਾ ਜਿਹੜੀ ਕੀ ਮੈਨੂਫੈਕਚਰਸ ਕਰਦੀ ਆ? ਸਿੰਗੂਲਰ ਆ। ਸੋ ਮੈਨੂਫੈਕਚਰਸ ਇਲੈਕਟ੍ਰੋਨਿਕ ਕਾਰਸ ਹੈਜ਼ ਬਿਕਮ ਦੀ ਨੰਬਰ 1 ਕੰਪਨੀ। ਕੀ ਬਣ ਚੁੱਕੀ ਆ ਉਹ? ਨੰਬਰ 1 ਕੰਪਨੀ। ਕਾਹਦੇ ਕਰਕੇ ਬਣੀ ਬਈ? ਗਲੋਬਲ ਵਾਰਮਿੰਗ ਕਰਕੇ। ਇਲੈਕਟ੍ਰੋਨਿਕ ਵਹੀਕਲ ਕਾਹਦੇ ਕਰਕੇ ਵਿਕੇ? ਕਲਾਈਮੇਟ ਚੇਂਜ ਕਰਕੇ। ਓਵਰਪਾਵਰਿੰਗ ਵੈਲ ਐਸਟੈਬਲਿਸ਼ਡ ਕੰਪਨੀਜ਼ ਲਾਈਕ BMW ਐਂਡ ਮਰਸੀਡੀਜ਼। ਕਿਹਨੂੰ ਓਵਰਪਾਵਰ ਕਰਕੇ? ਕਿੰਨਾਂ ਦੀ ਤਾਂ ਦੀ ਲੰਘ ਗਈ? BMW, ਮਰਸੀਡੀਜ਼ ਜਿਹੜੀਆਂ ਪਿਛਲੇ ਮਤਲਬ 100 ਸਾਲ ਤੋਂ ਵੈਲ ਐਸਟੈਬਲਿਸ਼ ਆ, ਉਹਨਾਂ ਤੋਂ ਵੀ ਗਾਹਾਂ ਲੰਘ ਗਈ। ਸੋ ਬਿਜ਼ਨਸ ਅਪੋਰਚੁਨਿਟੀਜ਼ ਬਈ ਕੀ ਹੋ ਰਹੀਆਂ? ਵੱਧ ਰਹੀਆਂ। ਕਲੀਅਰ ਆ ਵੀ? ਸੋ ਥਰਡ ਕਿਹੜਾ? ਲਾਸਟ ਵਾਲਾ, ਲਾਸਟ ਬਟ ਨਾਟ ਦਾ ਲੀਸਟ। ਸੋ ਕਿਹੜਾ ਹੈਗਾ? ਲਾਸਟ ਬਟ ਨਾਟ ਦਾ ਲੀਸਟ, ਥਰਡ ਕਿਹੜਾ? ਬਿਜ਼ਨਸ ਅਪੋਰਚੁਨਿਟੀਜ਼ ਇਨਕਰੀਜ਼ ਹੋ ਰਹੀਆਂ। ਹੁਣ ਦੇਖੋ ਬਈ ਫਸਟ ਆਫ ਆਲ ਕਿ ਜਿਹੜੀ ਅੱਜ ਕੱਲ੍ਹ ਨਵਾਂ ਸਿਸਟਮ ਚੱਲ ਰਿਹਾ ਕਿ ਜਿਹੜੀ ਗਲੋਬਲ ਵਾਰਮਿੰਗ ਹੁੰਦੀ ਹੈ, ਕਲਾਈਮੇਟ ਚੇਂਜ ਹੁੰਦਾ, ਕਾਹਦੇ ਕਰਕੇ ਹੁੰਦਾ? ਕਾਰਬਨ ਕੰਟੈਂਟ ਜ਼ਿਆਦਾ। ਜਿਹੜਾ ਮੇਨ ਐਲੀਮੈਂਟ ਆ ਜਿਹਦੇ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ ਉਹ ਹੈਗਾ ਕਾਰਬਨ। ਸੋ ਕਾਰਬਨ ਨੂੰ ਡੀਕਾਰਬਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਾਰਬਨ ਨੂੰ ਆਪਾਂ ਅਬਜ਼ੌਰਬ ਕਰ ਲਈਏ। ਕੋਈ ਮਸ਼ੀਨਾਂ ਇਹੋ ਜਿਹੀਆਂ ਬਣਾ ਰਿਹਾ, ਕੋਈ ਸਿਸਟਮ, ਕੋਈ ਪਲਾਂਟੇਸ਼ਨ ਵੱਡੇ ਪੱਧਰ ਤੇ ਕਰ ਰਹੇ ਨੇ ਵੀ ਕਾਰਬਨ ਨੂੰ ਕਿਸੇ ਹਿਸਾਬ ਨਾਲ ਆਪਾਂ ਅਬਜ਼ੌਰਬ ਕਰ ਲਈਏ। ਜਿੰਨੀ ਕਾਰਬਨ ਘਟੂਗੀ ਉਨਾ ਜ਼ਿਆਦਾ ਕਲਾਈਮੇਟ ਕੀ ਹੋਊਗਾ? ਵਧੀਆ ਹੋਊਗਾ। ਸੋ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਇੱਧਰਲੇ ਪਾਸੇ ਇਨਵੈਸਟ ਕਰ ਰਹੀਆਂ, ਸੋ ਉਹਨਾਂ ਦੀ ਵੀ ਮਤਲਬ ਬਿਜ਼ਨਸ ਅਪੋਰਚੁਨਿਟੀ ਉਹਨਾਂ ਵਾਸਤੇ ਕਿ ਵੀ ਕੀ ਹੋ ਰਹੀ ਆ? ਵੱਧ ਰਹੀ ਆ। ਸੋ ਲੈਟਸ ਸੀ। ਸੋ ਲਾਸਟ ਬਟ ਨਾਟ ਦਾ ਲੀਸਟ, ਇੰਟਰਪ੍ਰੈਨਿਓਰਸ। ਇੰਟਰਪ੍ਰੈਨਿਓਰਸ ਕੌਣ ਹੁੰਦੇ ਨੇ ਬਈ? ਜਿਹੜੇ ਆਪ ਦਾ ਬਿਜ਼ਨਸ ਆਪ ਚਲਾਉਂਦੇ ਨੇ, ਕੋਈ ਨਵਾਂ ਆਈਡੀਆ ਲੈ ਕੇ ਆਉਂਦੇ ਨੇ। ਠੀਕ ਹੈ। ਫੋਰ ਐਗਜ਼ਾਮਪਲ ਕੋਈ ਵੀ ਜਿਵੇਂ ਮੰਨ ਲਓ ਇਲੋਨ ਮਸਕ ਹੀ ਆਪਾਂ ਐਗਜ਼ਾਮਪਲ ਲੈ ਰਹੇ ਸੀ ਕਿ ਕਦੋਂ ਜਦੋਂ ਉਹਨੇ ਕਦੇ ਤਾਂ ਜੌਬ ਕਰਦਾ ਹੋ, ਉਸ ਤੋਂ ਬਾਅਦ ਉਹਨੇ ਆਪ ਦਾ ਬਿਜ਼ਨਸ ਸਟਾਰਟ ਕੀਤਾ ਤਾਂ ਮਤਲਬ ਕੀ ਬਣਿਆ? ਉਹ ਇੰਟਰਪ੍ਰੈਨਿਓਰ ਬਣਿਆ। ਸੋ ਲਾਸਟ ਬਟ ਨਾਟ ਦਾ ਲੀਸਟ, ਇੰਟਰਪ੍ਰੈਨਿਓਰਸ ਡਿਵੈਲਪਿੰਗ ਨਿਊ ਟੈਕਨੀਕਸ। ਜਿਹੜੇ ਇੰਟਰਪ੍ਰੈਨਿਓਰ ਨਵੀਆਂ ਟੈਕਨੀਕਸ ਡਿਵੈਲਪ ਕਰ ਰਹੇ ਆ, ਇੰਟਰਪ੍ਰੈਨਿਓਰਸ ਡਿਵੈਲਪਿੰਗ ਨਿਊ ਟੈਕਨੀਕਸ ਟੂ ਅਬਜ਼ੌਰਬ ਕਾਰਬਨ ਫਰੋਮ ਦਾ এনवायरमेंट। ਇਹੋ ਜਿਹੇ ਇੰਟਰਪ੍ਰੈਨਿਓਰ ਜਿਹੜੇ ਨਵੀਆਂ ਟੈਕਨੀਕਸ ਡਿਵੈਲਪ ਕਰ ਰਹੇ ਆ ਕਾਸ ਨੂੰ ਅਬਜ਼ੌਰਬ ਕਰਨ ਦੀਆਂ, ਕਾਰਬਨ ਨੂੰ ਅਬਜ਼ੌਰਬ ਕਰਨ ਦੀਆਂ। ਠੀਕ ਹੈ। ਐਂਡ ਡਿਵੋਟਡ ਟੂ ਟੈਕਲਿੰਗ ਕਲਾਈਮੇਟ ਡੀਗ੍ਰੇਡੇਸ਼ਨ। ਜਿਹੜੇ ਇੰਟਰਪ੍ਰੈਨਿਓਰ ਕਾਰਬਨ ਨੂੰ ਅਬਜ਼ੌਰਬ ਕਰਨ ਦੀਆਂ ਟੈਕਨੀਕਸ ਬਣਾ ਰਹੇ ਨੇ ਤੇ ਡਿਵੋਟਡ ਨੇ ਕਲਾਈਮੇਟ ਚੇਂਜ ਨੂੰ ਟੈਕਲ ਕਰਨ ਦੇ, ਕੁਡ ਸੀ देयर ਬਿਜ਼ਨੈਸਿਸ ਗਰੋ ਬਾਏ ਮੈਨੀਫੋਲਡ। ਸੋ ਇਹੋ ਜਿਹੇ ਬਿਜ਼ਨਸ ਜਿਹੜੇ ਕਾਰਬਨ ਨੂੰ ਅਬਜ਼ੌਰਬ ਕਰਨ ਤੇ ਲੱਗੇ ਹੋਏ ਨੇ, ਜਿਹੜੇ ਕਲਾਈਮੇਟ ਚੇਂਜ ਨੂੰ ਰੋਕਣ ਦੇ ਵਿੱਚ ਲੱਗੇ ਹੋਏ, ਇਹਨੂੰ ਟੈਕਲ ਕਰਨ ਦੇ ਵਿੱਚ ਲੱਗੇ ਹੋਏ, ਸੋ ਉਹਨਾਂ ਦਾ ਵਾਸਤੇ ਬਿਜ਼ਨਸ ਅਪੋਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਸੋ ਉਹਨਾਂ ਦਾ ਬਿਜ਼ਨਸ ਕੀ ਗਰੋ ਕਰ ਸਕਦਾ? ਗਰੋ ਬਾਏ ਮੈਨੀਫੋਲਡਸ। ਮੈਨੀਫੋਲਡ ਦਾ ਮਤਲਬ ਕੀ ਹੋ ਗਿਆ? ਬਹੁਤ ਸਾਰਾ ਗਰੋ ਕਰ ਸਕਦਾ। ਸੋ ਇੱਕ BP 'ਚ ਆਪਾਂ ਲਿਖਿਆ ਨੈਗੇਟਿਵ ਇਫੈਕਟ ਲਿਖੇ ਕਲਾਈਮੇਟ ਚੇਂਜ ਦੇ ਬਿਜ਼ਨਸਿਸ ਦੇ ਉੱਤੇ। ਦੂਜੇ ਦੇ ਵਿੱਚ ਆਪਾਂ ਲਿਖੇ ਬਿਜ਼ਨਸ ਅਪੋਰਚੁਨਿਟੀਜ਼ ਕਿੱਦਾਂ ਵੱਧ ਰਹੀਆਂ ਹੈਗੀਆਂ ਕਲਾਈਮੇਟ ਚੇਂਜ ਕਰਕੇ। ਸੋ ਹੁਣ ਆਪਾਂ ਕੀ ਲਿਖਣਾ? ਡਿਸਕਸ ਬੋਥ ਵਿਊਜ਼ ਹੋ ਗਿਆ ਜੀ, ਬੋਥ ਵਿਊਜ਼ ਹੋ ਗਏ। ਐਂਡ ਗਿਵ ਯੂਅਰ ਓਪੀਨੀਅਨ। ਸੋ ਜਿਹੜਾ ਆਪਾਂ ਆਪ ਦਾ ਓਪੀਨੀਅਨ ਤੇ ਜਿਹੜਾ ਕਨਕਲੂਜਨ, ਵੀ ਵਿਲ ਰਾਈਟ ਦੈਟ ਇਨ ਵਨ ਪੈਸੇਜ। ਠੀਕ ਹੈ। ਸੋ ਇੱਕ ਕਨਕਲੂਜਨ ਦੇ ਵਿੱਚ ਹੀ ਆਪਾਂ ਆਪਦਾ ਓਪੀਨੀਅਨ ਦੇਵਾਂਗੇ, ਨਾਲ ਦੀ ਨਾਲ ਹੀ ਆਪਾਂ ਕੀ ਲਿਖਾਂਗੇ? ਕਨਕਲੂਜਨ।
ਦੇਖੋ ਵੀ ਫਸਟ ਆਫ ਆਲ ਜਦੋਂ ਤੁਸੀਂ ਆਊਟਲਾਈਨ ਥੀਸਿਸ ਲਿਖੀ ਸੀ ਉੱਥੇ ਕੀ ਲਿਖਿਆ ਸੀਗਾ, ਦਿਸ ਐਸੇ elucidate both sides of the argument and explains why I strongly support the later opinion। ਲੇਟਰ ਕਿਹੜਾ ਸੀਗਾ ਬਈ, ਬਾਅਦ ਵਾਲਾ ਕਿਹੜਾ ਸੀ, ਆਹ ਵਾਲਾ। ਸੋ ਇਹਦੇ ਵੱਲ ਆਪਾਂ ਆਪਦਾ ਵਿਊ ਲਿਖਣਾ। ਚਲੋ ਲੈਟਸ ਸੀ ਕਿੱਦਾਂ ਆਪਾਂ ਲਿਖ। ਸੋ ਟੂ ਰੀਕੈਪੀਟੂਲੇਟ ਮਤਲਬ ਇਨ ਕਨਕਲੂਜਨ, ਕਨਕਲੂਜਨ ਵੀ ਲਿਖਣਾ, ਆਪਦਾ ਵਿਊ ਵੀ ਦੇਣਾ। ਆਪਾਂ ਕਿਹਦੇ ਵਾਲੇ ਪਾਸੇ ਆ ਕਿ ਕੰਪਨੀਆਂ ਨੂੰ ਜ਼ਿਆਦਾ ਬੈਨੀਫਿਟ ਹੋ ਰਿਹਾ, ਕੰਪਨੀਆਂ ਨੂੰ ਜ਼ਿਆਦਾ ਬਿਜ਼ਨਸ ਅਪੋਰਚੁਨਿਟੀਜ਼ ਮਿਲ ਰਹੀਆਂ। ਸੋ ਟੂ ਰੀਕੈਪੀਟੂਲੇਟ ਆਈ ਵੁੱਡ ਲਾਈਕ ਟੂ ਰੀਟਰੀਟ, ਮੈਂ ਦੁਬਾਰਾ ਹੀ ਕਹਿਣਾ ਚਾਹਣਾ। ਰੀਟਰੀਟ ਦਾ ਮਤਲਬ ਕੀ ਹੁੰਦਾ ਕਿ ਮੈਂ ਦੁਬਾਰਾ ਹੀ ਕਹਿਣਾ ਚਾਹਣਾ। ਕਿਹੜੀ ਚੀਜ਼ ਨੂੰ ਰੀਟਰੀਟ ਕਰਨਾ ਚਾਹਣਾ, ਆਈ ਵੁੱਡ ਲਾਈਕ ਟੂ ਰੀਟਰੀਟ ਦਾ ਫੈਕਟ ਦੈਟ ਕਿ although some companies revenue, sale and employees are seriously being impacted due to rapid changes happening in climate। ਹਾਲਾਂਕਿ although ਮਤਲਬ ਸਟੇਟਮੈਂਟ ਵਿੱਚ ਯੂ ਨਾਟ ਸਪੋਰਟਡ, ਪਹਿਲਾਂ ਆਪਾਂ ਕਿਹਦੀ ਗੱਲ ਕਰਨੀ ਆ, ਸਟੇਟਮੈਂਟ ਵਿੱਚ ਯੂ ਨਾਟ ਸਪੋਰਟਡ, ਆਪਾਂ ਉਹਦੇ ਵਾਲੇ ਪਾਸੇ ਨਹੀਂ ਸੀ ਕਿ ਇਹਦੇ ਕਰਕੇ ਨੈਗੇਟਿਵ ਇਫੈਕਟ ਪੈ ਰਹੇ ਨੇ। although ਹਾਲਾਂਕਿ ਕੁਝ ਕੰਪਨੀਆਂ ਦਾ ਰੈਵਨਿਊ, ਪੈਸਾ ਬਣਾਉਣਾ, ਸੇਲ ਕਿੰਨੀ ਉਹਨਾਂ ਦੀ ਸੇਲ ਹੁੰਦੀ ਆ, EMPLOYEES ਕੀ ਹੋ ਰਹੇ ਨੇ, ਆਰ ਸੀਰੀਅਸਲੀ ਬੀਇੰਗ ਇੰਪੈਕਟਡ, ਇਹਨਾਂ ਤੇ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ, ਰੈਵਨਿਊ ਤੇ, ਸੇਲ ਤੇ, EMPLOYEES ਤੇ, ਡਿਊ ਟੂ ਰੈਪਿਡ ਚੇਂਜਸ ਹੈਪਨਿੰਗ ਇਨ ਕਲਾਈਮੇਟ, ਕਾਹਦੇ ਕਰਕੇ, ਡਿਊ ਟੂ ਰੈਪਿਡ ਚੇਂਜਸ ਹੈਪਨਿੰਗ ਇਨ ਕਲਾਈਮੇਟ। ਨੈਵਰਦੀਲੈਸ ਠੀਕ ਹੈ ਪੈ ਰਿਹਾ, ਨੈਵਰਦੀਲੈਸ ਪਰ ਫਿਰ ਵੀ businesses are quickly adapting to roll out ਦਾ ਮਤਲਬ ਕੀ ਹੁੰਦਾ, ਨਵਾਂ ਕੁਝ ਜਾਰੀ ਕਰਨਾ, that is called as roll out। ਵੀ ਆ ਕੰਪਨੀ ਨੇ ਨਵਾਂ ਪ੍ਰੋਡਕਟ ਰੋਲ ਆਊਟ ਕੀਤਾ। businesses are quickly ਜਲਦੀ ਅਡੈਪਟ ਕਰ ਰਹੀਆਂ, ਆਪਦੇ ਆਪ ਨੂੰ ਢਾਲ ਰਹੀਆਂ, to roll out new products, services, ਟੈਕਨੋਲੋਜੀਜ਼, ਨਵੇਂ ਪ੍ਰੋਡਕਟ ਲੈ ਕੇ ਆ ਰਹੀਆਂ, ਨਵੀਆਂ ਸਰਵਿਸਿਜ਼ ਲੈ ਕੇ ਆ ਰਹੀਆਂ, ਨਵੀਆਂ ਟੈਕਨੋਲੋਜੀਜ਼ ਲੈ ਕੇ ਆ ਰਹੀਆਂ, ਕਾਹਦੇ ਰਿਲੇਟਡ, ਟੂ ਟੈਕਲ ਗਲੋਬਲ ਵਾਰਮਿੰਗ। ਕੀ ਕਰਨ ਦੇ ਵਿੱਚ ਵੀ, ਟੂ ਟੈਕਲ ਗਲੋਬਲ ਵਾਰਮਿੰਗ। ਹਰੇਕ ਹੀ ਕੰਪਨੀ ਕਹਿੰਦੀ ਅਸੀਂ ਗ੍ਰੀਨ ਪ੍ਰੋਡਕਟ ਵੇਚ ਰਹੇ ਹਾਂ, ਅਸੀਂ এনवायरमेंट ਫ੍ਰੈਂਡਲੀ ਹਾਂ, ਅਸੀਂ ਸਾਡੇ ਐਫਰਟਸ ਨਾਲ এনवायरमेंट ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਟੂ ਟੈਕਲ ਗਲੋਬਲ ਵਾਰਮਿੰਗ ਹੈਲਪਿੰਗ them ਟੂ ਕੈਪਚਰ, ਸੋ ਜਿਹਦੇ ਨਾਲ ਉਹਨਾਂ ਨੂੰ ਕਿਹਦੀ ਹੈਲਪ ਹੋ ਰਹੀ ਹੈ, ਹੈਲਪਿੰਗ them ਟੂ ਕੈਪਚਰ ਨਿਊ ਮਾਰਕੀਟ ਸ਼ੇਅਰਸ। ਸੋ ਕੰਪਨੀਆਂ ਕਹਿ ਰਹੀਆਂ ਜੀ ਅਸੀਂ ਗਲੋਬਲ ਵਾਰਮਿੰਗ ਨੂੰ ਟੈਕਲ ਕਰ ਰਹੇ ਹਾਂ, ਸਾਡੀਆਂ ਨਵੇਂ ਪ੍ਰੋਡਕਟ ਆ। ਸੋ ਕਾਹਦੇ ਵਿੱਚ ਹੈਲਪ ਹੋ ਰਹੀ ਹੈ, ਟੂ ਕੈਪਚਰ ਨਿਊ ਮਾਰਕੀਟ ਸ਼ੇਅਰਸ ਐਂਡ ਅਰਨ ਮੋਰ ਮਨੀ, ਸੋ ਜਿਹਦੇ ਨਾਲ ਉਹ ਕੀ ਕਮਾ ਰਹੀਆਂ, ਪੈਸਾ ਕਮਾ ਰਹੀਆਂ। ਸੋ ਸਟੂਡੈਂਟਸ, ਸੋ ਆਪਾਂ ਐਸੇ ਐਂਡ ਪੂਰਾ ਫੁੱਲ ਡਿਟੇਲ ਦੇ ਵਿੱਚ ਕੀਤਾ। ਸੋ ਇਫ ਯੂ ਰੀਅਲੀ ਵਾਂਟ ਟੂ ਗੈਟ ਗੁੱਡ ਮਾਰਕਸ then you must watch this video, whole video। if you are not serious ਕਿ ਤੂੰ want ਕਿ ਉੱਤੋਂ ਦੇਖ ਲਿਆ, tricks and tips ਵਾਲੀਆਂ videos ਦੇਖਦੇ ਰਹੋਗੇ then you will not get good marks। so moreover ਇਹ ਜਿਹੜਾ ਐਸੇ ਆ ਇਹ ਆਪਣੇ ਕੋਲੇ ਆਇਆ ਸੀਗਾ ਜੋ ਆਪਣਾ ਲਾਸਟ ਪੇਪਰ ਹੋਇਆ 29th of October 2022। ਸੋ ਉਹਦੀ ਈਵਨਿੰਗ ਸ਼ਿਫਟ ਦੇ ਵਿੱਚ ਆਇਆ। So it is very recent essay। So kindly introspect, write an essay, ਉਸਨੂੰ ਮਿਲਾ ਕੇ ਦੇਖੋ, ਠੀਕ ਹੈ। So write this essay on your notebooks so that you can learn many things from this। So if you really enjoyed this video, kindly like, share and subscribe। and ਜਿਹੜੀ ਆਪਣੀ ਨੈਕਸਟ ਵੀਡੀਓ ਹੋਏਗੀ ਉਹ ਹੋਏਗੀ ਟਾਸਕ 1 ਤੇ 29th of October 2022 ਈਵਨਿੰਗ ਨੂੰ ਟਾਸਕ 1 ਆਇਆ ਸੀ ਇੱਕ ਪ੍ਰੋਸੈਸ ਚਾਰਟ ਸਮੋਕਰੀ ਵਾਲਾ, ਮਤਲਬ ਫਿਸ਼ ਕਿੱਦਾਂ ਪ੍ਰਪੇਅਰ ਹੁੰਦੀ ਹੈ ਸਮੋਕਰੀ ਦੇ ਵਿੱਚ। ਸੋ ਵੀ ਵਿਲ ਡੂ ਦੈਟ ਆਲਸੋ, ਪੂਰਾ ਫੁੱਲ ਐਕਸਪਲੇਨੇਸ਼ਨ ਕਰਾਂਗੇ ਉਹਦਾ ਸਟਰਕਚਰ ਤੇ ਉਹਦਾ ਮਤਲਬ ਆਪਣੇ ਕੋਲੇ ਸਟਰਕਚਰ ਵੀ ਦੱਸਾਂਗੇ ਕਿੱਦਾਂ ਮਤਲਬ ਉਹ ਵਰਕਆਊਟ ਕਰਦੀ ਹੈ ਸਮੋਕਰੀ। ਵੀ ਵਿਲ ਟਾਕ ਅਬਾਊਟ ਦੈਟ। until then, see you guys, keep watching, keep learning, bye bye, have a nice day।